चाननी चेतनता, सदा चाननी चेतनता, सदा चाननी चेतनता, सदा चाननी चेतनता, सदा चाननी चेतनता। ਗੁਰੂ ਪਿਤਾ ਡਾਕਟਰ ਜਗਜੀਤ ਸਿੰਘ ਗਰੇਵਾਲ ਜੀ ਦੀ ਇਜਾਜ਼ਤ ਦੇ ਨਾਲ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ। ਸਾਹਿਤਧਾਰਾ ਸਤਸੰਗ ਦਾ ਇਹ ਪ੍ਰੋਗਰਾਮ ਸਾਹਿਤਧਾਰਾ ਗ੍ਰੰਥ ਵਿੱਚ ਪੇਸ਼ ਕੀਤੇ ਗਏ ਰੂਹਾਨੀਅਤ ਦੇ ਲੁਕਵੇਂ ਭੇਦਾਂ ਨੂੰ ਇੱਕ ਇੱਕ ਕਰਕੇ ਖੋਲ੍ਹਣ ਦਾ ਇਹ ਉਪਰਾਲਾ ਹੈ। ਹਰ ਵਾਰੀ ਦੀ ਤਰ੍ਹਾਂ ਪ੍ਰੋਗਰਾਮ ਦੇ ਪ੍ਰਸਾਰਨ ਤੋਂ ਬਾਅਦ ਅਨੇਕਾਂ ਹੀ ਸਹਿਜ ਸਾਧਕਾਂ ਅਤੇ ਹੋਰਨਾਂ ਸੱਜਣਾਂ ਵੱਲੋਂ ਕਾਫੀ ਪ੍ਰਸ਼ਨ ਪਹੁੰਚੇ ਨੇ ਅਤੇ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਗੁਰੂ ਪਿਤਾ ਡਾਕਟਰ ਜਗਜੀਤ ਸਿੰਘ ਗਰੇਵਾਲ ਜੀ ਸਾਡੇ ਨਾਲ ਮੌਜੂਦ ਨੇ। ਪਿਤਾ ਜੀ, ਜਿਹੜੇ ਕੁਐਸਚਨ ਪਹੁੰਚੇ ਨੇ, ਹਾਂਜੀ ਮੈਂ ਸ਼ੁਰੂ ਕਰਦਾ ਜੀ। ਪਹਿਲਾ ਕੁਐਸਚਨ ਹੈ ਜੀ, ਉਹਦੇ 'ਚ ਹੈ ਵੀ ਅਸੀਂ ਆਪਣੇ ਸਮਾਜ ਦੀ ਦਸ਼ਾ ਸਮਝ ਚੁੱਕੇ ਹਾਂ। ਪਿਛਲੇ 3-4 ਪ੍ਰਵਚਨਾਂ ਵਿੱਚ ਆਤਮਿਕ ਵਿਕਾਸ ਵਿਰੋਧੀ ਸਮਾਜਿਕ ਵਤੀਰਿਆਂ ਬਾਰੇ ਜਾਣਕਾਰੀ ਮਿਲੀ ਹੈ। ਰਾਜਿਆਂ ਅਤੇ ਉਹਨਾਂ ਦੇ ਦਰਬਾਰੀਆਂ ਦੀ ਸ਼ੈਤਾਨੀਅਤ ਬਾਰੇ ਵੀ ਸਮਝ ਆਈ ਹੈ। ਹੁਣ ਅਸੀਂ ਸਹਿਜਧਾਰਾ ਦੀ ਵਿਚਾਰਧਾਰਾ ਦੀ ਵਿਸਥਾਰ ਨਾਲ ਜਾਣਕਾਰੀ ਚਾਹੁੰਦੇ ਹਾਂ। ਬੇਨਤੀ ਹੈ ਕਿ ਪਹਿਲਾਂ ਕੁਝ ਅਜਿਹੀ ਜਾਣਕਾਰੀ ਦਿਓ ਜਿਸ ਨਾਲ ਸਧਾਰਨ ਵਿਅਕਤੀ ਇਸ ਸਿੱਧੇ ਅਤੇ ਸੱਚੇ ਰਾਹ 'ਤੇ ਤੁਰ ਸਕੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਗੁਰਬਾਣੀ ਦੀ ਬੀਜ ਰੂਪ ਦੇ ਵਿੱਚ ਜੋ ਵਿਚਾਰਧਾਰਾ ਨੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ। ਸਹਿਜਧਾਰਾ ਸਪਿਰਚੁਅਲ ਮਿਸ਼ਨ ਦਾ ਮਨੋਰਥ ਵੀ ਬਿਲਕੁਲ ਇਹੀ ਹੈਗਾ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ। ਆਪਾਂ ਪਿਛਲੇ ਲੈਕਚਰਸ ਦੇ ਵਿੱਚ ਜਾਣ ਬੁੱਝ ਕੇ ਦੇਸ਼ ਭਰ ਦੇ, ਪ੍ਰਦੇਸ਼ ਦੇ, ਸਾਰੀ ਦੁਨੀਆ ਦੇ ਰਾਜਿਆਂ ਦਾ, ਪ੍ਰਧਾਨਾਂ ਦਾ, ਪ੍ਰਧਾਨ ਮੰਤਰੀਆਂ ਦਾ ਜ਼ਿਕਰ ਕੀਤਾ ਅਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਆਪਾਂ ਪਹਿਲੀ ਵਾਰ ਕੀਤੀ ਹੈ, ਕਿ ਸ਼ੈਤਾਨ ਕੋਈ ਬਾਹਰ ਨਹੀਂ, ਕੋਈ ਅਦਿੱਖ ਚੀਜ਼ ਨਹੀਂ। ਦੇਸ਼ ਦੇ ਰਾਜੇ, ਦੇਸ਼ ਦੇ ਪ੍ਰਧਾਨ, ਦੇਸ਼ ਦੇ ਪ੍ਰਧਾਨ ਮੰਤਰੀ, ਹਾਕਮ ਜਿਹੜੀਆਂ ਕਲਾਸਿਸ ਨੇ, ਇਹ ਸ਼ੈਤਾਨ ਹੁੰਦਾ ਜਾਂ ਸ਼ੈਤਾਨ ਦੇ ਕਰਿੰਦੇ ਹੁੰਦੇ। ਇਹ ਗੱਲ ਆਪਾਂ ਇਸ ਲਈ ਕੀਤੀ ਹੈ ਤਾਂ ਕਿ ਆਪਾਂ ਇਸ ਸਮਾਜ ਦੇ ਵਿੱਚ ਜਦੋਂ ਜਿਉਣਾ ਤਾਂ ਸਾਨੂੰ ਆਪਣੇ ਨਫੇ ਨੁਕਸਾਨ ਦਾ, ਆਪਣੇ ਪਰਾਏ ਦਾ ਪੂਰਾ ਸਾਨੂੰ ਇਸ ਤੋਂ ਗਿਆਨ ਹੋਵੇ। ਧਰਮਾਂ ਦੇ ਖੇਤਰ ਦੇ ਵਿੱਚ ਵੀ ਆਪਾਂ ਇਸ ਦੇ ਵਿੱਚ ਜ਼ਿਕਰ ਕੀਤਾ ਹੈਗਾ ਅਤੇ ਉਹਦੇ ਬਾਰੇ ਵੀ ਆਪਾਂ ਵਿਸਤਾਰ ਨਾਲ ਗੱਲ ਕੀਤੀ ਹੈ ਕਿ ਇਹ ਜਿਹੜੀ ਹੈਗੀ ਸੰਘਰਸ਼ ਮਨੁੱਖ ਦਾ, ਉਹ ਸਿਰਫ ਉਹ ਸ਼ੈਤਾਨ ਹੀ ਨਹੀਂ ਹੈ ਕਿ ਜਿਹੜੇ ਰਾਜ ਕਰਦੇ ਹੈ, ਪਰ ਰਾਜ ਕਰਦਿਆਂ ਦੀ ਜਿਹੜੀ ਮਦਦ ਕਰਦੇ ਹੈ ਅਤੇ ਉਹਨਾਂ ਦੇ ਹੱਥ ਟੋਕੇ ਬਣ ਕੇ ਚੱਲਦੇ ਹੈ ਜਿਹੜੇ ਧਾਰਮਿਕ ਆਗੂ, ਜਿਹੜੇ ਇਹਨਾਂ ਰਸਮਾਂ ਰਿਵਾਜ਼ਾਂ ਦੇ ਨਾਲ ਜੁੜੇ ਹੋਏ ਨੇ ਅਤੇ ਜਿਹੜੇ ਉਹਨਾਂ ਵਾਂਗੂ ਤਾਕਤਵਰ ਨੇ ਅਤੇ ਉਸੇ ਤਰ੍ਹਾਂ ਇਹਨਾਂ ਦੇ ਬਹੁਤ ਵੱਡੇ ਵੱਡੇ ਮਾਇਆ ਦੇ ਜਾਲ ਨੇ ਜਿਹੜੇ ਵਿਛੇ ਹੋਏ ਆ। ਇਹਨਾਂ ਦੇ ਬਾਰੇ 'ਚ ਆਪਾਂ ਪੂਰੇ ਵਿਸਤਾਰ ਨਾਲ ਗੱਲ ਕੀਤੀ ਹੈ। ਅਤੇ ਦੂਸਰੇ ਹੈਗੇ ਇਹ ਕਿ ਜਿੱਥੇ ਆਪਾਂ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਕਿਹਾ ਸੀ, ਉੱਥੇ ਆਪਾਂ ਇਸ ਨੂੰ ਗੁਰਬਾਣੀ ਦੇ ਵਿੱਚੋਂ ਇੱਕ ਹੋਰ ਜਗ੍ਹਾ ਦੇ ਉੱਤੇ ਇੱਕ ਵਾਕ ਨਾਲ ਡਿਸਕਸ ਕਰੀ ਹੋਏਗਾ ਕਿ ਹੱਸੰਦਿਆਂ ਖੇਡੰਦਿਆਂ ਵਿੱਚੇ ਹੋਵੇ ਮੁਕਤ। ਇਸ ਦਾ ਮਤਲਬ ਹੈਗਾ ਇਹ ਕਿ ਸਾਡਾ ਜਿਹੜਾ ਹੈਗਾ ਧਰਮ, ਉਹ ਇਹ ਨਹੀਂ ਕਿ ਆਪਾਂ ਵੱਡੀਆਂ ਵੱਡੀਆਂ ਗੱਲਾਂ ਕਰੀਏ, ਵੱਡੇ ਵੱਡੇ ਪਾਠ ਕਹੀਏ ਅਤੇ ਵੱਡੀਆਂ ਵੱਡੀਆਂ ਕਥਾਵਾਂ ਜਿਹਨੂੰ ਮਿਥਸ ਕਹਿੰਦੇ ਆ ਉਹ ਘੜੀਏ। ਇਹ ਆਪਣਾ ਪਰਪਸ ਨਹੀਂ। ਆਪਣਾ ਤਾਂ ਪਰਪਸ ਹੈ ਕਿ ਸਾਧਾਰਨ ਆਮ ਲੋਕਾਂ ਦੀ, ਦੁਖੀਆਂ ਗਰੀਬਾਂ ਦੀ ਜਿਹੜੀ ਜ਼ਿੰਦਗੀ ਹੈ, ਭਾਈ ਲਾਲੋਆਂ ਦੀ, ਉਹ ਜ਼ਿੰਦਗੀ ਦੇ ਨਾਲ ਹਮਦਰਦੀ ਕਰਦੇ ਹੋਏ ਅਤੇ ਆਪ ਵੀ ਉਹਨਾਂ ਦਾ ਇੱਕ ਹਿੱਸਾ ਬਣਦੇ ਹੋਏ ਆਪਾਂ ਉਹਨਾਂ ਨਾਲ ਚੱਲੀਏ। ਪਰ ਜਿਹੜਾ ਵਰਤਮਾਨ ਸਮਾਂ ਹੈ, ਇਸ ਸਮੇਂ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਤਰਨਾਕ ਨੇ। ਪਿੱਛੇ ਆਪਾਂ ਗੱਲ ਕੀਤੀ ਸੀਗੀ, ਜਦੋਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਸੀ, ਆਪਾਂ ਕਿਹਾ ਸੀ ਉਹਦੀ ਬਾਡੀ ਲੈਂਗੁਏਜ ਦੇਖੋ, ਉਹਦੇ ਬੋਲੇ ਹੋਏ ਬੋਲ ਦੇਖੋ, ਉਹਦੇ ਅੱਖੜ ਵਿਚਾਰ ਦੇਖੋ,
ਤੇ ਹੁਣ ਇਸੇ ਤਰ੍ਹਾਂ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਵੀ ਇੱਕ ਬਿਆਨ, ਹਾਂਜੀ ਉਹਨਾਂ ਦਾ ਇੱਕ ਭਾਸ਼ਣ, ਤੇ ਉਹ ਆਮ ਤੌਰ ਤੇ ਲੋਕਾਂ ਦੇ ਵਿੱਚ ਪ੍ਰਚਲਿਤ ਹੋਇਆ, ਸੋਸ਼ਲ ਮੀਡੀਆ ਤੇ ਬਹੁਤ ਚੱਲਿਆ, ਹਾਂਜੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਚਾਹੀਦਾ ਹੈ ਕਿ ਸ਼ੂਟਿੰਗ ਰੇਂਜਸ ਬਣਾਓ ਤੇ ਆਧੁਨਿਕ ਹਥਿਆਰਾਂ ਦਾ ਲੋਕਾਂ ਨੂੰ, ਜਿਹੜੇ ਆਪਣੇ ਦੇ ਇੱਥੋਂ ਦੇ ਨੌਜਵਾਨ ਨੇ, ਉਹਨਾਂ ਨੂੰ ਸਿਖਲਾਈ ਦਿਓ। ਤੇ ਇਸ ਲਈ ਆਪਾਂ ਪਹਿਲਾਂ ਉਸ ਨੂੰ ਆਪ ਦੇ ਸੁਣੀ ਲਈਏ, ਉਹਨਾਂ ਦੇ ਭਾਸ਼ਣ ਨੂੰ, ਫਿਰ ਆਪਾਂ ਅੱਗੇ ਚੱਲਾਂਗੇ। ਮੈਂ ਸਿੱਖ ਸੰਸਥਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਜ ਜ਼ਰੂਰਤ ਆ ਗਈ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜੇ ਕਾਇਮ ਕੀਤੇ ਸੀ, ਅੱਜ ਗੱਤਕਾ ਅਕੈਡਮੀਆਂ ਤੇ ਗੱਤਕੇ ਅਖਾੜੇ ਜਿਹੜੇ ਨੇ ਸਾਡੀਆਂ ਸੰਸਥਾਵਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਾਇਮ ਕਰਨ, ਔਰ ਮਾਡਰਨ ਜਿਹੜੇ ਨੇ ਸ਼ਸਤਰ ਅਭਿਆਸ ਦੇ ਕੇਂਦਰ, ਜਿਹਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਨੇ, ਉਹ ਵੀ ਕਾਇਮ ਕੀਤੀਆਂ ਜਾਣ। ਕੋਈ ਹਰਜ ਨਹੀਂ ਹੈ ਸਾਧ ਸੰਗਤ ਜੀ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ। ਅਸੀਂ ਲੁਕ ਛਿਪ ਕੇ ਨਹੀਂ ਦੇਾਂਗੇ, ਅਸੀਂ ਸ਼ਰੇਆਮ ਦੇਾਂਗੇ, ਖੁੱਲ੍ਹੇਆਮ ਦੇਾਂਗੇ। ਹੁਣ ਇੱਕ ਹੋਰ ਸਿੰਗੜੀ ਛੇੜੀ ਹੈ ਇੱਕ ਹਿੰਦੂ ਬੀਬੀ ਨੇ, ਹਾਂਜੀ ਉਹਦਾ ਨਾਮ ਹੈਗਾ ਨੂਪੁਰ ਸ਼ਰਮਾ ਜੀ। ਉਹ ਰਾਜ ਕਰਦੀ ਜਿਹੜੀ ਰਾਜਨੀਤਿਕ ਪਾਰਟੀ ਹੈ ਜੀ ਉਹਦੀ ਨੇੜੇ ਦੀ ਮੈਂਬਰ ਹੈਗੀ ਜੀ। ਤੇ ਉਸ ਨੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਕੀਤਾ ਕਿ ਉਸ ਨੇ ਇਸਲਾਮ ਜਗਤ ਦੇ ਸਰਵਉੱਚ ਸਾਡੇ ਪੈਗੰਬਰ, ਜਿਨ੍ਹਾਂ ਨੂੰ ਅਸੀਂ ਵੀ ਪੈਗੰਬਰ ਮੰਨਦੇ ਹਾਂ ਜੀ, ਉਹਨਾਂ ਦੀ ਸ਼ਾਨ ਦੇ ਵਿਰੁੱਧ ਬਹੁਤ ਜ਼ਿਆਦਾ ਅੱਖੜ ਤੇ ਕ੍ਰੋਧੀ ਮਨ ਦੇ ਨਾਲ ਭਰੇ ਹੋਏ ਬੋਲਾਂ ਦੇ ਵਿੱਚ ਉਹਨੇ ਗੱਲ ਕਹੀ ਹੈ। ਤੇ ਉਹਨਾਂ ਦੀ ਪਰਿਵਾਰਕ ਜੀਵਨ ਦੇ ਉੱਤੇ ਵੀ ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ ਜੀ। ਇਸ ਦੀ ਜਗ੍ਹਾ ਕਿ ਆਪਾਂ ਆਪਣੇ ਵੱਲੋਂ ਕੁਝ ਕਹੀਏ, ਆਪਾਂ ਉਸ ਦੇ ਬਾਰੇ ਦੇ ਵਿੱਚ ਵੀ ਉਹਦਾ ਭਾਸ਼ਣ ਹੀ ਸੁਣ ਲਈਏ, ਜਿਹੜਾ ਉਹਦਾ ਇੱਕ ਪ੍ਰੋਗਰਾਮ ਦੇ ਵਿੱਚ ਆਇਆ। ਠੀਕ। सड़कों पे, अरे छोड़ो, तुम्हारे उड़ते हुए घोड़े एंड अर्थ इज फ्लैट, जो कुरान में आपके लिखा है बकायदा, उसका मजाक उड़ाना शुरू कर दूं। 6 साल की बच्ची से प्यार करके 9 साल में यू हैविंग सेक्स विद सेम प्रॉफिट मोहम्मद ने, बोलना शुरू कर दूं मैं? हाँ, अर्थ इज फ्लैट अकॉर्डिंग टू कुरान 88:20। बकवास ना कीजिए, उड़ते हुए घोड़े पे बैठो, घूर हो जाइए, डोंट मेक अ स्टार्ट। ਹੁਣ ਰਹੀ ਗੱਲ ਇਹ ਕਿ ਆਪਾਂ ਜਿਹੜੇ ਆਪਣੇ ਪ੍ਰੋਗਰਾਮਾਂ ਦੇ ਵਿੱਚ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਾਣ ਬੁੱਝ ਕੇ ਅਸੀਂ ਇੱਕ ਸਿਚੁਏਸ਼ਨ ਨੂੰ ਹੀ, ਜਿਹੜੀ ਸਮਾਜਿਕ ਸਿਚੁਏਸ਼ਨ ਹੈ ਤੇ ਰਾਜਨੀਤਿਕ ਸਿਚੁਏਸ਼ਨ ਹੈ ਜਿਸ ਵਿੱਚ ਆਪਾਂ ਜਿਉਂਦੇ ਹਾਂ, ਉਸ ਦਾ ਹੀ ਵਰਣਨ ਕੀਤਾ ਹੈ। ਅੱਜ ਕੱਲ੍ਹ ਦੇ ਇਤਿਹਾਸ ਦੀ ਜਿਹੜੀ ਵੰਨਗੀ ਆਪਾਂ ਪੇਸ਼ ਕੀਤੀ ਹੈ, ਉਹ ਅੰਤਰਰਾਸ਼ਟਰੀ ਪੱਧਰ 'ਤੇ ਕੀਤੀ ਹੈ, ਕਿਉਂਕਿ ਆਪਾਂ ਅਮਰੀਕਾ ਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਹੈ। ਤੇ ਇਹਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਜਿਹੜੇ ਰਾਜੇ ਰਾਣੇ ਜੀ, ਇਹਨਾਂ ਨੂੰ ਮੱਕੜੀ ਕਹੀਏ ਤਾਂ ਮੱਕੜੀਆਂ ਨੇ ਜਾਲ ਵਿਛਾਇਆ ਹੋਇਆ ਸਾਰੀ ਦੁਨੀਆ ਤੇ ਕਿਸੇ ਨੂੰ ਵੀ ਖਾਲੀ ਨਹੀਂ ਛੱਡਦੇ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਦੁਨੀਆ ਅਸਲ ਦੇ ਵਿੱਚ ਕੈਦਖਾਨਾ ਬਣ ਕੇ ਰਹਿ ਗਿਆ। ਤੇ ਜਿਹੜੇ ਆਪਾਂ ਸਹਿਜ ਧਾਰਾ ਵਾਲੇ ਹਾਂ, ਆਪਾਂ ਚਾਹੁੰਦੇ ਹਾਂ ਕਿ ਇਸ ਕਸ਼ਟ ਤੋਂ, ਇਹਨਾਂ ਦੇ ਜ਼ੁਲਮ ਤੋਂ ਆਪਾਂ ਨੂੰ ਮੁਕਤੀ ਮਿਲੇ। ਆਪਾਂ ਨੂੰ ਤੋਂ ਮਤਲਬ ਹੈਗਾ ਸੰਸਾਰ ਦੇ ਗਰੀਬ ਪ੍ਰਜਾ ਨੂੰ। ਤੇ ਉਹਦੇ ਲਈ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਪੁਰਾਣੀਆਂ ਰਹੁ ਰੀਤਾਂ ਨੇ, ਪੂਜਾ ਪਾਠ ਦੀਆਂ ਪੱਧਤੀਆਂ ਨੇ ਬਹੁਤ ਜ਼ਿਆਦਾ, ਤੇ ਉਹਨਾਂ ਦੇ ਵਿੱਚ ਬੰਦੇ ਨੂੰ ਲੀਨ ਹੋਣ ਨੂੰ ਕਿਹਾ ਜਾਂਦਾ ਹੈ, ਤੇ ਉਹਨੂੰ ਕਿਹਾ ਜਾਂਦਾ ਕਿ ਤੂੰ ਪਰਮਾਤਮਾ ਦਾ ਨਾਮ ਜਪ, ਇਹਦੇ ਨਾਲ ਤੈਨੂੰ ਮੁਕਤੀ ਮਿਲ ਜੂ। ਆਪਾਂ ਇਹਨਾਂ ਚੀਜ਼ਾਂ ਦੇ ਵਿਰੋਧ ਦੇ ਵਿੱਚ ਆਪਣੀ ਜਿਹੜੀ ਹੈਗੀ ਵਿਚਾਰਧਾਰਾ ਉਹ ਸੈੱਟ ਕੀਤੀ ਹੈ। ਤੇ ਇਹ ਸਮਝੋ ਕਿ ਭਾਈ ਲਾਲੋ ਨੂੰ ਜੋ ਆਪਣੇ ਗੁਰੂ ਨਾਨਕ ਜੀ ਨੇ ਦਿੱਤਾ ਹੈ, ਸਾਡੇ ਪੈਗੰਬਰ ਨੇ ਪੈਗਾਮ ਦਿੱਤਾ ਹੈ, ਉਸ ਪੈਗਾਮ ਦੀ ਲੜੀ ਨੂੰ ਆਪਾਂ ਅੱਗੇ ਤੁਰਿਆ ਸਮਝੋ, ਤੇ ਉਸ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਮੰਨ ਲੈਣਾ ਚਾਹੀਦਾ। ਠੀਕ ਹੈ। ਤੇ ਦੂਜੀ ਇੱਕ ਗੱਲ ਇਹਦੇ 'ਚ ਹੋਰ ਚਾਹੀਦੀ ਹੈ ਕਿ ਇਹ ਗੱਲ ਸਿਰਫ ਆਪਾਂ ਹੀ ਨਹੀਂ ਕਹਿੰਦੇ,
ਇਹ ਗੱਲ ਸੰਸਾਰ ਭਰ ਦੇ ਵਿੱਚ ਇਸਲਾਮ ਦੇ ਇੱਕ ਬਹੁਤ ਵੱਡੇ ਵਿਦਵਾਨ ਨੇ, ਜਿਹੜੇ ਬਹੁਤ ਵੱਡੇ ਸ਼ਾਇਰ ਵੀ ਹੋਏ ਆ ਏਸ਼ੀਆ ਦੇ, ਉਹਨਾਂ ਦਾ ਨਾਮ ਹੈਗਾ ਡਾਕਟਰ ਮੁਹੰਮਦ ਇਕਬਾਲ ਜੀ। ਉਹਨਾਂ ਦਾ ਇੱਕ ਸ਼ੇਰ ਹੈਗਾ, ਉਹ ਬਹੁਤ ਖੂਬਸੂਰਤ ਇਸ ਪੱਥਾਂ ਲੱਗਿਆ। ਜੀ। ਆਪਾਂ ਚਾਹੁੰਦੇ ਹਾਂ ਕਿ ਆਪਾਂ ਉਹਨੂੰ ਵੀ ਇਸ ਦੇ ਵਿੱਚ ਡਿਸਕਸ ਕਰ ਲਈਏ। ਜੀ। वो कहता है कि दिल में खुदा का होना लाजम है ए इकबाल, जी। दिल में खुदा का होना लाजिम है ए इकबाल, सजदों में पड़े रहने से जन्नत नहीं मिलती। जे असी नमस्कार करते करते नीवियाँ पा के ते ਉਹਦੇ ਸ਼ੋਲੇ ਗਾਉਂਦੇ ਰਹੀਏ, ਇਸ ਦੇ ਨਾਲ ਜੰਨਤ ਨਹੀਂ ਮਿਲਦੀ ਦਾ ਮਤਲਬ ਮੁਕਤੀ ਪ੍ਰਾਪਤ ਨਹੀਂ ਹੁੰਦੀ, ਸਵਰਗ ਨਹੀਂ ਮਿਲਦਾ। ਤੇ ਜ਼ਰੂਰੀ ਇਹ ਹੈ ਕਿ ਸਾਡੇ ਦਿਲ ਦੇ ਵਿੱਚ ਪਰਮਾਤਮਾ ਦਾ ਸਥਾਨ ਬਣੇ। ਸਾਡਾ ਜਿਹੜਾ ਦਿਲ ਹੈ ਇਹ ਉਸ ਗੁਰੂ ਦਾ ਘਰ ਹੋਵੇ, ਉਸ ਭਗਵਾਨ ਦਾ ਪਰਮਾਤਮਾ ਦਾ ਘਰ ਹੋਵੇ, ਤਾਂ ਹੀ ਬੰਦੇ ਨੂੰ ਜਿਹੜੀ ਹੈਗੀ ਕੋਈ ਨਾ ਕੋਈ ਸੁਖ ਸ਼ਾਂਤੀ ਮਿਲ ਸਕਦੀ ਹੈ। ਇਹ ਆਪਣੇ ਡਾਕਟਰ ਮੁਹੰਮਦ ਇਕਬਾਲ ਦਾ ਹੈ। ਕਈ ਸਾਹਿਤਧਾਰਾ ਦੇ ਵਿੱਚ ਗਿਆਨ ਪ੍ਰਾਪਤੀ ਤੇ ਬਹੁਤ ਜ਼ੋਰ ਦਿੱਤਾ ਜਾਂਦਾ, ਤੇ ਤੁਸੀਂ ਕੁਝ ਸਹਾਇਕ ਜਿਹੜੇ ਸੂਤਰਾਂ ਦਾ ਵੀ ਗਿਆਨ ਦਿਓ ਜਿਹਦੇ ਨਾਲ ਸਾਹਿਤਧਾਰਾ ਦੇ ਰਾਹ ਤੇ ਤੁਰਨਾ ਆਸਾਨ ਹੋ ਸਕੇ। ਵੈਸੇ ਤਾਂ ਇਸ ਦੇ ਉੱਤੇ ਆਪਾਂ ਬਹੁਤ ਜ਼ਿਆਦਾ ਡਿਸਕਸ ਕਰ ਲਿਆ, ਪਰ ਤੁਸੀਂ ਵੀ ਕੁਝ ਸਾਧਕਾਂ ਦੇ, ਕੁਝ ਆਪਾਂ ਨੂੰ ਸੁਣਨ ਵਾਲਿਆਂ ਦੇ ਆਧਾਰ ਤੇ ਗੱਲ ਕੀਤੀ ਹੈ, ਜਿਹੜੇ ਇੰਟੈਲੈਕਚੁਅਲੀ ਜ਼ਿਆਦਾ ਸ਼ਾਰਪ ਨੇ, ਉਹਨਾਂ ਦੇ ਲਈ ਆਪਾਂ ਇਹ ਗੱਲ ਕਰਦੇ ਹਾਂ। ਠੀਕ ਹੈ। ਉਹਦੇ ਲਈ ਜੇ ਆਪਾਂ ਮੰਨੀਏ ਤਾਂ ਪਿਛਲੀ ਸਦੀ ਦੇ ਵਿੱਚ ਜੀ। 3 ਮਹਾਨ ਬੰਦੇ ਹੋਏ ਆ। ਇੱਕ ਉਹਨਾਂ ਚੋਂ ਸੀ ਆਪਣੇ ਅਰਬਿੰਦੂ ਘੋਸ਼, ਜੀ। ਇੱਕ ਉਹਨਾਂ ਚੋਂ ਸੀ ਆਚਾਰੀਆ ਰਜਨੀਸ਼, ਇੱਕ ਉਹਨਾਂ ਚੋਂ ਸੀ ਜੇ ਕ੍ਰਿਸ਼ਨਾ ਮੂਰਤੀ। ਇਹਨਾਂ ਦੇ ਬਾਰੇ 'ਚ ਆਪਾਂ ਸਿਰਫ ਇੱਕ ਗੱਲ ਹੀ ਕਰਕੇ ਛੱਡਦੇ ਹਾਂ, ਕਿਉਂਕਿ ਇਹਨਾਂ ਨੇ ਸਰਫੇਸ ਲੈਵਲ ਦੇ ਉੱਤੇ ਇਸ ਅਧਿਆਤਮ ਨੂੰ ਲਿਆ, ਆਤਮਾ ਦੇ ਪਰਮਾਤਮਾ ਦੇ ਨਾਲ ਮੇਲ ਦੀ ਜਿਹੜੀ ਗੱਲ ਹੈਗੀ ਉਸ ਨੂੰ ਬਿਲਕੁਲ ਡੀਪਲੀ ਨਹੀਂ ਲਿਆ। ਇਹਨਾਂ ਨੇ ਸਰਫੇਸ ਲੈਵਲ ਤੇ ਕੀਤੀ ਹੈ। ਇਹਨਾਂ ਨੂੰ ਆਪਾਂ ਇਹ ਗੱਲ ਮੰਨੀਏ ਕਿ ਦੁਨੀਆ ਦੇ ਉੱਤੇ ਜੇ ਆਪਾਂ ਆਪਣੀ ਫਿਲਾਸਫੀ ਨੂੰ ਮੰਨੀਏ ਤਾਂ ਸਾਰੀ ਚਰਚਾ ਜਿਹੜੀ ਹੈਗੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਆਈ ਐਂਡ ਮਾਈ ਵਰਲਡ, ਮੈਂ ਤੇ ਆਬਜੈਕਟਿਵ ਰਿਐਲਿਟੀ, ਸਬਜੈਕਟਿਵਿਟੀ ਐਂਡ ਆਬਜੈਕਟਿਵ ਰਿਐਲਿਟੀ, ਇਹਦੇ ਉੱਤੇ ਆਪਣਾ ਬਹੁਤ ਜ਼ਿਆਦਾ ਆਪਣੀ ਪੁਸਤਕ ਦੇ ਵਿੱਚ ਵੀ ਆਪਾਂ ਇਹਦਾ ਜ਼ਿਕਰ ਕੀਤਾ। ਇਹਦੇ ਲਿਹਾਜ਼ ਨਾਲ ਜੇ ਆਪਾਂ ਕਰੀਏ ਤਾਂ ਅਰਬਿੰਦੂ ਘੋਸ਼ ਨੇ ਇਸ ਸਮਾਜਿਕ ਤੇ ਪੋਲੀਟੀਕਲ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਵਰਕ ਕੀਤਾ ਤੇ ਉਹਨੇ ਸਿਰਫ ਟੱਚ ਕੀਤਾ ਹੈ ਸਿਰਫ ਅਧਿਆਤਮ ਨੂੰ। ਉਹ ਤੇ ਜਿਹੜਾ ਹੈਗਾ ਆਚਾਰੀਆ ਰਜਨੀਸ਼, ਆਚਾਰੀਆ ਰਜਨੀਸ਼ ਨੇ ਸਭ ਤੋਂ ਜ਼ਿਆਦਾ ਲਿਖਿਆ ਤੇ ਸਭ ਤੋਂ ਜ਼ਿਆਦਾ ਕਿਤਾਬਾਂ ਉਹਦੀਆਂ ਹੈਗੀਆਂ। ਤੇ ਜੇ ਸਕਾਲਰਸ਼ਿਪ ਦੇ ਲੈਵਲ ਤੇ ਜਾਈਏ, ਪ੍ਰੋਫੈਸਰੀ ਲੈਵਲ ਤੇ ਜਾਈਏ ਤਾਂ ਉਹ ਸਭ ਤੋਂ ਮਹਾਨ ਹੈ। ਉਹ ਹਰ ਇੱਕ ਧਰਮ ਦੇ ਬਾਰੇ, ਹਰ ਇੱਕ ਧਾਰਮਿਕ ਪਰੰਪਰਾ ਦੇ ਬਾਰੇ, ਹਰ ਇੱਕ ਫਿਲਾਸਫੀਕਲ ਜਿਹੜੀ ਮੂਵਮੈਂਟ ਹੈ, ਜਿਵੇਂ ਆਪਾਂ ਐਗਜ਼ਿਸਟੈਂਸ਼ੀਅਲਿਜ਼ਮ ਦੀ ਬਹੁਤ ਗੱਲ ਕਰਦੇ ਹਾਂ, ਇਹਦੇ ਬਾਰੇ 'ਚ ਵੀ ਉਹਦਾ ਬਹੁਤ ਜ਼ਿਆਦਾ ਹੈਗਾ। ਹਰ ਇੱਕ ਜਗ੍ਹਾ ਦੇ ਉੱਤੇ ਉਹਦੀਆਂ ਕਿਤਾਬਾਂ ਨੇ, ਬਹੁਤ ਲਿਖਿਆ ਉਹਨੇ। ਸੂਫੀਜ਼ਮ ਦੇ ਉੱਤੇ, ਸਿੱਖੀਜ਼ਮ ਦੇ ਉੱਤੇ ਏਕ ਓਂਕਾਰ ਸਤਿਨਾਮ, ਸੂਫੀਜ਼ਮ ਦੇ 2 ਵਾਲੀਅਮ ਹੈ। ਇੱਕ ਰੈਵੋਲੂਸ਼ਨ ਉਹਦੀ ਕਿਤਾਬ ਬਹੁਤ ਮਸ਼ਹੂਰ ਹੈਗੀ। ਕਬੀਰ ਜੀ ਦੇ ਬਾਰੇ 'ਚ ਵੀ ਨੋ ਡਾਊਟ ਆਪਾਂ ਉਹਦੀ ਇਸ ਗੱਲ ਨੂੰ ਮੰਨਦੇ ਹਾਂ, ਪਰ ਉਸ ਨੇ ਸਿਰਫ ਵਰਡ ਦੇ ਬਾਰੇ 'ਚ ਲਿਖਿਆ। ਵਰਡ ਦੇ ਬਾਰੇ 'ਚ ਦਾ ਮਤਲਬ ਹੈਗਾ ਇਹ ਕਿ ਉਹ ਸਿਰਫ ਜਗ ਤੋਂ ਪ੍ਰਸ਼ੰਸਾ ਤੇ ਪੈਸਾ ਤੇ ਯਸ਼ੀ, ਇਸ ਦੇ ਮੰਤਵ ਦੇ ਨਾਲ ਉਸਨੇ ਸਾਰਾ ਕੀਤਾ। ਤੇ ਉਹ ਵੀ ਇਸ ਲਈ ਆਪਾਂ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ, ਪਰ ਇੱਕ ਜ਼ਰੂਰੀ ਕਹਿੰਦੇ ਹਾਂ ਕਿ ਇਹਨਾਂ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਇੱਕ ਪੁਆਇੰਟ ਦੇ ਉੱਤੇ ਉਹਨਾਂ ਦੇ ਵਿਚਾਰ ਸਮਝ ਸੁਣ ਲੈਣੇ ਚਾਹੀਦੇ ਹੈ। ਤੇ ਤੀਸਰਾ ਹੈਗਾ ਆਪਣਾ ਜੇ ਕ੍ਰਿਸ਼ਨਾ ਮੂਰਤੀ। ਜੇ ਕ੍ਰਿਸ਼ਨਾ ਮੂਰਤੀ ਸਿਰਫ ਆਈ ਦੇ ਉੱਤੇ ਗੱਲ ਕਰਦਾ, ਮੈਂ ਦੇ ਉੱਤੇ, ਆਦਮੀ ਦੀ ਐਗਜ਼ਿਸਟੈਂਸ ਦੇ ਉੱਤੇ ਗੱਲ ਕਰਦਾ ਤੇ ਬਹੁਤ ਕਮਾਲ ਦੀ ਗੱਲ ਕਰਦਾ। ਤੇ ਜਦੋਂ ਆਪਾਂ ਉਹਨੂੰ ਪੜ੍ਹਦੇ ਹਾਂ
ਤਾਂ ਆਪਾਂ ਨੂੰ ਉਹ ਲੱਗਦਾ ਹੈਗਾ ਮਿਸਟਿਕ, ਜਿਹੜਾ ਰਹੱਸਵਾਦ ਦੇ ਵਿੱਚ ਪੁੰਨਿਆ ਹੋਇਆ ਬੰਦਾ ਹੋਵੇ, ਠੀਕ ਹੈ ਜਿਹਨੂੰ ਅਸੀਂ ਸਾਧੂ ਕਹਿੰਦੇ ਹਾਂ, ਠੀਕ ਹੈ ਜਿਸ ਬੋਲੀ ਸਾਧੂ ਕਹਿੰਦੇ ਹਾਂ। ਤੇ ਉਹਨੇ ਜ਼ਿੰਦਗੀ ਵੀ ਆਪਣੀ ਇਸੇ ਤਰ੍ਹਾਂ ਦੀ ਕੱਟੀ ਤੇ ਉਹਨੇ ਉਸ ਤਰ੍ਹਾਂ ਦੀ ਕੀਤਾ। ਉਹਦੀ ਜੇ ਬਹੁਤਾ ਜ਼ਿਆਦਾ ਨਾ ਪੜ੍ਹਨਾ ਹੋਵੇ ਤਾਂ ਫਰੀडम ਫਰਮ ਦੀ ਨੋਨ ਇੱਕ ਕਿਤਾਬ ਜਿਹੜੀ ਹੈਗੀ ਉਹ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਇਹ ਆਪਾਂ ਰਿਕਮੈਂਡ ਇਸ ਲਈ ਕਰਦੇ ਹਾਂ ਤਾਂ ਕਿ ਆਪਣੇ ਦਿਮਾਗ ਦੇ ਵਿੱਚ ਜਿਹੜੀ ਇੰਟੈਲੈਕਚੁਅਲ ਕੈਪੇਬਿਲਿਟੀ ਹੈ ਉਹ ਹੋਰ ਜ਼ਿਆਦਾ ਵਧੇ ਤੇ ਚੀਜ਼ਾਂ ਨੂੰ ਸਮਝਣ ਦੀ ਤੇ ਗਿਆਨ ਪ੍ਰਾਪਤੀ ਦੀ ਸਾਡੇ ਵਿੱਚ ਹਸਰਤ ਪੈਦਾ ਹੋਵੇ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਵੀ ਉੱਪਰ ਦੀ ਗੱਲ ਜਿਹੜੀ ਹੈਗੀ ਉਹ ਆਪਾਂ ਸੇਂਟ ਕਬੀਰ ਦੀ ਇੱਕ ਸ਼ਲੋਕ ਦੇ ਨਾਲ ਕਰਦੇ ਹਾਂ, ਜਿਹੜੋਂ ਆਪਾਂ ਇਹਨਾਂ ਨਾਲ ਡਿਫਰ ਕਰਦੇ ਹਾਂ। ਉਹ ਕਹਿੰਦਾ ਹੈ ਕਿ ਮੈਂ ਕਹਿਤਾ ਆਂਖਨ ਕੀ ਦੇਖੀ, ਤੂੰ ਆਖੇ ਕਾਗਜ਼ ਕੀ ਲੇਖੀ, ਤੂੰ ਜੋ ਉਜਾੜਨ ਹਾਰਾ ਮੈਂ ਹੂੰ ਸੁਲਝਾਵਣ ਵਾਲਾ। ਤੇ ਉਹ ਕਹਿੰਦਾ ਕਿ ਜਿਹੜੀ ਗੱਲ ਹੈਗੀ ਜੋ ਮੈਂ ਕਹਿਣਾ, ਮੈਂ ਅੱਖਾਂ ਦੀ ਦੇਖਣੀ ਕਹਿਣਾ, ਮੈਂ ਆਪਣੇ ਐਕਸਪੀਰੀਅੰਸ ਤੋਂ ਅਧਿਆਤਮ ਨੂੰ ਦੱਸਦਾ। ਆਪਾਂ ਇਸ ਗੱਲ ਨੂੰ ਮੰਨਦੇ ਹਾਂ। ਤੇ ਇਹ ਜਿਹੜੇ ਉੱਪਰ ਵਾਲੇ ਬੰਦੇ ਤਿੰਨ ਆਪਣੇ ਸੀ, ਇਹਨਾਂ ਦੇ ਬਾਰੇ ਉਹ ਕਹਿੰਦਾ ਕਿ ਤੂੰ ਆਖੇ ਕਾਗਜ਼ ਕੀ ਲੇਖੀ, ਤੂੰ ਜਿਹੜੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹਨੂੰ ਪੜ੍ਹ ਕੇ ਉਹਨੂੰ ਇੰਟਰਪ੍ਰੈਟ ਕਰੀ ਜਾਣਾ ਤੇ ਉਹਦੇ ਉੱਤੇ ਆਪਣੇ ਲੈਕਚਰ ਕਰੀ ਜਾਣਾ। ਉਹਨੂੰ ਪ੍ਰੋਫੈਸਰ ਤਾਂ ਆਪਾਂ ਮੰਨਦੇ ਹਾਂ, ਆਪਾਂ ਉਸ ਨੂੰ ਮਿਸਟੇਕ ਨਹੀਂ ਮੰਨਦੇ। ਤੇ ਇਹ ਕਹਿੰਦਾ ਕਿ ਤੂੰ ਬੋਲੇ ਉਲਝਾਵਣ ਹਾਰੇ, ਤੂੰ ਚੀਜ਼ਾਂ ਨੂੰ ਇਸ ਤਰ੍ਹਾਂ ਪੇਸ਼ ਕਰਨਾ ਕਿ ਗੱਲ ਨੂੰ ਉਲਝਾ ਕੇ ਰੱਖ ਦੇਣਾ ਤਾਂ ਕਿ ਤੂੰ ਵੱਡਾ ਸਕਾਲਰ ਲੱਗੇ, ਜਿਵੇਂ ਆਚਾਰੀਆ ਰਜਨੀਸ਼ ਹੈ। ਤੇ ਕਹਿੰਦਾ ਕਿ ਮੈਂ ਆਖੂੰ ਸੁਲਝਾਵਣ ਹਾਰੋ, ਮੈਂ ਲੋਕਾਂ ਨੂੰ ਉਹਨਾਂ ਦੀ ਸਮੱਸਿਆਵਾਂ ਦੇ ਹੱਲ ਦੇ ਨਾਲ ਪੇਸ਼ ਕਰਨਾ। ਇਹਦੇ ਲਈ ਆਪਾਂ ਬਹੁਤ ਦੇਣਦਾਰ ਹੈਗੇ ਕਬੀਰ ਜੀ ਮਹਾਰਾਜ ਦੇ ਦੁਆਵਲੀ ਦੇ, ਤੇ ਦੋਹੇ ਉਹਨਾਂ ਦੇ ਵਰਲਡ ਦੇ ਵਿੱਚ ਸਭ ਤੋਂ ਮਸ਼ਹੂਰ ਨੇ, ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤੇ ਹੈ। ਪਰ ਜਿੱਥੋਂ ਤੱਕ ਤਾਲੁਕ ਹੈਗਾ ਆਪਣਾ ਸਹਿਜ ਧਾਰਾ ਦਾ, ਸਹਿਜ ਧਾਰਾ ਦੇ ਬਹੁਤ ਨਜ਼ਦੀਕ ਇੱਕ ਸਕਾਲਰ ਹੈ। ਸਕਾਲਰ ਕੀ ਮਿਸਟੇਕ ਹੈ, ਤੇ ਜੇ ਕਹੀਏ ਰੱਬ ਦਾ ਬੰਦਾ ਤਾਂ ਕੋਈ ਗਲਤ ਗੱਲ ਨਹੀਂ ਹੈ। ਉਹਦਾ ਨਾਮ ਹੈ ਖਲੀਲ ਜਿਬਰਾਨ। ਖਲੀਲ ਜਿਬਰਾਨ ਲਬਨਾਨ ਦਾ ਰਹਿਣ ਵਾਲਾ ਸੀ ਤੇ ਉੱਥੇ ਦੇ ਜੋ ਉਸਨੇ ਲਿਖਣਾ ਸ਼ੁਰੂ ਕੀਤਾ ਤਾਂ ਉੱਥੋਂ ਦੇ ਰਾਜਿਆਂ ਨੇ ਕਿਹਾ ਕਿ ਇਹ ਤਾਂ ਬਗਾਵਤ ਕਰਦਾ, ਤੇ ਉਹਨੂੰ ਉਹਨਾਂ ਨੇ ਜਲਾਵਤਨ ਕਰਤਾ। ਜਲਾਵਤਨੀ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਰਿਹਾ ਆਮ ਤੌਰ ਤੇ ਯੂਰਪ ਦੇ ਵਿੱਚ ਵੀ ਰਿਹਾ। ਪਰ ਉਸ ਬੰਦੇ ਨੇ ਜੋ ਲਿਖਿਆ ਕਮਾਲ ਦਾ ਲਿਖਿਆ। ਤੇ ਆਪਾਂ ਉਹਦੇ ਨਾਲ ਜਿਹੜੀ ਹੈਗੀ ਥੋੜ੍ਹਾ ਜਿਹਾ ਡਿਫਰੈਂਸ ਆਪਣੇ ਦੇ ਨਾਲ ਉਹਨਾਂ ਦਾ ਇਹ ਹੈਗਾ, ਉਹ ਇਹ ਹੈਗਾ ਕਿ ਜੋ ਖਲੀਲ ਜਿਬਰਾਨ ਨੇ ਲਿਖਿਆ ਉਹਨੇ ਲਿਖਣ ਲਈ ਲਿਖਿਆ, ਪੁਸਤਕੀ ਗਿਆਨ ਦੇਣ ਨੂੰ ਕਿਹਾ, ਪਰ ਆਪਣੇ ਹਿੱਸੇ ਆਪਣੇ ਹਿਊਮੈਨਿਟੀ ਨੂੰ ਐਡਰੈਸ ਕਰਨ ਦਾ ਹਿੱਸਾ ਹੈ, ਲੋਕਾਂ ਨੂੰ ਮੁਖਾਤਬ ਹੋਣ ਦਾ ਆਪਣੇ ਹਿੱਸੇ ਆਇਆ। ਇਸ ਕਰਕੇ ਉਹਦੀ ਵਿਚਾਰਧਾਰਾ ਤੇ ਸਾਡੀ ਵਿਚਾਰਧਾਰਾ ਦੇ ਵਿੱਚ ਥੋੜ੍ਹਾ ਜਿਹਾ ਅੰਤਰ ਹੈਗਾ। ਪਰ ਗੱਲ ਬੁਨਿਆਦੀ ਤੌਰ ਦੇ ਉੱਤੇ ਜਿਹੜੇ ਅਧਿਆਤਮ ਦੇ ਯੂਨੀਵਰਸਲਸ ਨੇ, ਪਰਮਾਤਮਾ ਨੂੰ ਮਿਲਣ ਦੀਆਂ ਟੂਕਾਂ ਜਿਹੜੀਆਂ ਹੈਗੀਆਂ, ਜਿਹੜੇ ਸੰਸਾਰ ਪ੍ਰਸਿੱਧ ਨੇ, ਉਹ ਵੀ ਉੱਥੇ ਬੋਲਦਾ ਤੇ ਆਪਾਂ ਵੀ ਉੱਥੇ ਬੋਲਦੇ ਹਾਂ। ਜਿਵੇਂ ਆਪਾਂ ਨੂੰ ਇਹ ਸਮਝਾਈਏ ਕਿ ਇੱਕ ਹੈਗਾ ਕਿ ਆਪਾਂ ਪੁਨਰ ਜਨਮ ਤੇ ਵਿਸ਼ਵਾਸ ਕਰਦੇ ਹਾਂ। ਆਮ ਤੌਰ ਤੇ ਮੰਨਿਆ ਜਾਂਦਾ ਕਿ ਪੁਨਰ ਜਨਮ ਤੇ ਵਿਸ਼ਵਾਸ ਕਰਨ ਵਾਲੇ ਸਿਰਫ ਆਪਾਂ ਹੀ ਹਾਂ, ਹੋਰ ਕੋਈ ਨਹੀਂ ਹੈ। ਤੇ ਆਪਾਂ ਕੋਟ ਕਰਦੇ ਹੈਗੇ, ਉਹਦੀ ਇੱਕ ਵੈਲ ਨੋਨ ਬੁੱਕ ਹੈਗੀ, ਦੁਨੀਆ ਤੇ ਸਾਰਾ ਕੋਈ ਜਾਣਦੇ, ਉਹਨੂੰ ਕਹਿੰਦੇ ਦੀ ਪ੍ਰੋਫਿਟ। ਦੀ ਪ੍ਰੋਫਿਟ ਦੇ ਵਿੱਚੋਂ ਮੈਂ ਕੁਛ ਲਾਈਨਾਂ ਪੜ੍ਹ ਦਿੰਦਾ। ਉਹ ਕਹਿੰਦਾ ਕਿ ਇਹ ਲਿਟਲ ਵਾਈਲ a moment of rest upon the wind and another woman shall bear me। ਉਹ ਕਿਉਂਕਿ ਬੰਦਾ ਮਿਸਟੇਕ ਹੈ
ਹਾਂਜੀ ਉਹਦੀ ਬੋਲੀ ਵੀ ਜਿਹਨੂੰ ਆਪਾਂ ਸੂਫੀਆਨਾ ਅੰਦਾਜ਼ ਕਹਿੰਦੇ ਹਾਂ ਉਹਦੇ ਵਿੱਚ ਹੀ ਹੁੰਦੀ ਹੈ। ਇਸ ਲਈ ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਜਦੋਂ ਪ੍ਰੋਫਿਟ ਜਿਹੜਾ ਹੈਗਾ ਆਖਰੀ ਦਿਨ ਵਿਦਾ ਲੈਂਦਾ ਸੰਸਾਰ ਤੋਂ, ਤਾਂ ਉੱਥੇ ਇੱਕ ਤਪਸਵਣੀ ਹੈਗੀ, ਠੀਕ ਹੈ ਪਾਠ ਪੂਜਾ ਕਰਨ ਵਾਲੀ ਸਿਆਣੀ ਹਾਂਜੀ ਹੈਗੀ ਬੀਬੀ, ਉਹਦਾ ਨਾਮ ਹੈਗਾ ਅਲਮਿਤਰਾ। ਸਭ ਤੇ ਸਾਰੇ ਆਪਣੀਆਂ ਆਪਣੀਆਂ ਗੱਲਾਂ ਕਰਦੇ, ਉਹਨੂੰ ਪੁੱਛਦੇ ਸਾਨੂੰ ਕੋਈ ਐਡਵਾਈਸ ਦੇ ਜਾ। ਹਾਂਜੀ ਤਾਂ ਅਖੀਰ ਦੇ ਵਿੱਚ ਉਹ ਉਹਨੂੰ ਕਹਿੰਦੀ ਹੈ ਕਿ ਉਹ ਤੂੰ ਆਪਦੇ ਬਾਰੇ ਉਹ ਮੇਰੇ ਨਾਲ ਗੱਲਾਂ ਕਰ। ਉਹਦੇ ਵਿੱਚ ਉਹ ਇਹ ਗੱਲ ਉਹਨੂੰ ਕਹਿੰਦਾ ਹੈ ਕਿ ਥੋੜ੍ਹੇ ਚਿਰ ਤੋਂ ਬਾਅਦ ਕੁਛ ਚਿਰ ਮੈਂ ਹਵਾ 'ਚ ਰਹੂੰਗਾ, ਦਾ ਮਤਲਬ ਹੈ ਅਲੋਪ ਰਹੂੰਗਾ, ਅੱਛਾ ਸੰਸਾਰ 'ਤੇ ਨਹੀਂ। ਪਰ ਉਸ ਤੋਂ ਬਾਅਦ ਇੱਕ ਹੋਰ ਔਰਤ ਮੈਨੂੰ ਆਪਣੇ ਗਰਭ ਦੇ ਵਿੱਚ ਲੈ ਗਈ। ਠੀਕ ਇਹ ਪੁਨਰ ਜਨਮ ਦੀ ਉਹ ਉਸਨੇ ਵਿਆਖਿਆ ਕੀਤੀ ਹੈ। ਤੇ ਦੂਜੀ ਇੱਕ ਆਪਣਾ ਕੰਮ ਹੈਗਾ ਕਿ ਪਰਮਾਤਮਾ ਨੂੰ ਮਿਲਣ ਦੀ ਗੱਲ ਕਰਦੇ ਹਾਂ, ਪਰਮਾਤਮਾ ਤੱਕ ਪਹੁੰਚਣ ਦੀ ਗੱਲ ਕਰਦੇ ਹਾਂ। ਆਪਣਾ ਸਾਰਾ ਡਿਵਾਈਨ ਲਾਅ ਆਫ ਐਵੋਲੂਸ਼ਨ ਜਿਹੜਾ ਹੈਗਾ ਉਹ ਇਸ 'ਤੇ ਬੇਸ ਹੈ। ਤੇ ਉਹਦੇ ਬਾਰੇ ਅਸੀਂ ਤਾਂ ਡਿਟੇਲ 'ਚ ਗੱਲ ਇੱਕ ਗੱਲ ਸਮਝ ਕੇ ਗੱਲ ਕੀਤੀ ਹੈ, ਪਰ ਇਹ ਗੱਲ ਮਸਤ ਬੰਦਾ ਹੈ, ਆਪਣੇ ਮਿਸਟਿਸਿਜ਼ਮ ਦੇ ਵਿੱਚ ਉਸੇ ਪਿਆਰ ਦੀਆਂ ਗੱਲਾਂ ਕਰਦਾ, ਪਰ ਉਹ ਗੱਲ ਬਿਲਕੁਲ ਸਿੱਧੀ ਕਹਿੰਦਾ ਜਿਹੜੀ ਆਪਾਂ ਵੀ ਕਹਿੰਦੇ ਹਾਂ। ਜੀ ਉਹ ਕਹਿੰਦਾ ਗੋਡ ਹੈਜ਼ ਮੇਡ ਮੈਨੀ ਡੋਰਸ ਓਪਨਿੰਗ ਇਨਟੂ ਟਰੂਥ। ਵੀ ਪਰਮਾਤਮਾ ਨੇ ਸੱਚ ਵੱਲ ਨੂੰ ਖੁੱਲ੍ਹਦੇ ਕਈ ਸਾਰੇ ਡੋਰ ਰੱਖੇ। ਸੱਚ ਮੀਨਸ ਪਰਮਾਤਮਾ, ਜੀ ਵਿਚ ਹੀ ਓਪਨਸ ਟੂ ਆਲ, ਉਹਨਾਂ ਸਾਰਿਆਂ ਨੂੰ ਖੋਲ੍ਹ ਦਿੰਦਾ। who knock upon them with hands of faith, ਜਿਹੜੇ ਅਟਲ ਵਿਸ਼ਵਾਸ ਦੇ ਨਾਲ ਉਹ ਉਹਨਾਂ ਦੇ ਉੱਤੇ ਨੌਕ ਹੁੰਦਾ, ਜੀ ਦਸਤਕ ਦੇਣੀ। ਜਿਹੜੇ ਉਹਦੇ ਉੱਤੇ ਦਸਤਕ ਦਿੰਦੇ ਆ ਉਹ ਸਿਰਫ ਉਹਨਾਂ ਦੇ ਲਈ ਖੁੱਲ੍ਹਦਾ। ਇਹਦੀ ਅਸੀਂ ਇਹਨਾਂ ਦੇ ਤੱਕ ਜਾਣ ਦੀ ਗੱਲ ਕਰਦੇ ਹਾਂ। ਤੇ ਆਪਾਂ ਚਾਹੁੰਦੇ ਹਾਂ ਕਿ ਖਲੀਲ ਜਿਬਰਾਨ ਬਹੁਤ ਸਾਰਾ ਕੁਛ ਹੈਗਾ, ਉਸ ਨੂੰ ਜਿਹੜਾ ਹੈਗਾ ਉਹ ਜ਼ਰੂਰ ਪੜ੍ਹ ਲਿਆ ਜਾਵੇ। ਇੱਕ ਹੋਰ ਪ੍ਰਸ਼ਨ ਆਇਆ ਜੀ, ਭਗਤੀ ਮਾਰਗ ਤੇ ਕਰਮ ਮਾਰਗ ਵੱਲ ਜਾਣ ਲਈ ਜ਼ਿੰਦਗੀ ਵਿੱਚ ਸਮਾਂ ਜ਼ਰੂਰੀ ਹੈ। ਬੇਨਤੀ ਹੈ ਕਿ ਇਹ ਦੱਸੋ ਕਿ ਬਾਹਰੀ ਗਿਆਨ ਗ੍ਰਹਿਣ ਕਰਨ ਦੀ ਸੀਮਾ ਕੀ ਹੈ ਤਾਂ ਜੋ ਸੰਤੁਲਿਤ ਵਿਕਾਸ ਸੰਭਵ ਹੋ ਸਕੇ। ਪਹਿਲੀ ਗੱਲ ਤਾਂ ਇਹਦੇ 'ਚ ਇਹ ਹੈ ਜੀ, ਤੁਸੀਂ ਮੈਨੂੰ ਪੁੱਛਦੇ ਹੋ ਬਈ ਆਦਮੀ ਨੂੰ ਜਦੋਂ ਆਪਾਂ ਗਿਆਨ ਮਾਰਗ 'ਤੇ ਚੱਲਦੇ ਹਾਂ ਤਾਂ ਅਸੀਂ ਕਿਸ ਸੀਮਾ ਤੱਕ ਉਹਨੂੰ ਕਹੀਏ ਕਿ ਗਿਆਨ ਲਵੇ। ਜੀ ਇਹਦੇ 'ਚ ਇਹ ਹੈਗਾ ਕਿ ਜੇ ਤੁਸੀਂ ਅਧਿਆਤਮ ਨੂੰ ਸਮਝਣਾ ਤੇ ਸੰਸਾਰਿਕਤਾ 'ਤੇ ਲਾਗੂ ਕਰਨਾ, ਤਾਂ ਸੰਸਾਰ ਦੇ ਵਿੱਚ ਗਿਆਨ ਦੀ ਜਿੰਨੀਆਂ ਵੀ ਵਿਗਿਆਨਕ ਖੋਜਾਂ ਨੇ, ਜਿੰਨੀਆਂ ਕਲਪਤਾਂ ਨੇ, ਉਹਨਾਂ ਸਾਰੀਆਂ ਨੂੰ ਪਰਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਤੇ ਇਸ ਲਈ ਅਸੀਂ ਹਰ ਇੱਕ ਜਗ੍ਹਾ 'ਤੇ ਜਾਂਦੇ ਹਾਂ। ਅਸੀਂ ਸੋਸ਼ੀਓਲੋਜੀ ਦੇ ਵਿੱਚ ਜਾਂਦੇ ਹਾਂ, ਅਸੀਂ ਸਾਈਕੋਲੋਜੀ ਦੇ ਵਿੱਚ ਜਾਂਦੇ ਹਾਂ, ਅਸੀਂ ਫਿਲਾਸਫੀ ਦੇ ਵਿੱਚ ਜਾਂਦੇ ਹਾਂ, ਅਸੀਂ ਸਪਿਰਿਚੁਅਲਿਜ਼ਮ ਦੇ ਵਿੱਚ ਜਾਂਦੇ ਹਾਂ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਾਂਦੇ ਹਾਂ। ਤੇ ਇਹਨਾਂ ਦੇ ਡਿਫਰੈਂਟ ਅੱਗੇ ਹੋਰ ਵੀ ਬ੍ਰਾਂਚਿਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਾਂਦੇ ਹਾਂ। ਸਾਡੀ ਸੀਮਾ ਕੀ ਹੈ? ਸਾਡੀ ਸੀਮਾ ਇਹ ਹੈ ਕਿ ਸਹਿਜ ਧਾਰਾ ਦੀ ਇੱਕ ਜੀਵਨ ਫਲਸਫਾ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ, ਇੱਕ ਉਸ ਫਲਸਫੇ ਨੂੰ ਆਪਣੇ ਕੰਮਾਂ ਦੇ ਵਿੱਚ ਲਾਗੂ ਕਰਨ ਦੀ ਅਸੀਂ ਜ਼ਿਕਰ ਕਰਦੇ ਹਾਂ। ਉਹ ਫਲਸਫਾ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸਟੱਡੀ ਕਰ ਲੈਣਾ ਚਾਹੀਦਾ। ਠੀਕ ਹੈ। ਆਪਾਂ ਇਹ ਕਹਿੰਦੇ ਹਾਂ ਕਿ ਜੇ ਇਨ ਡੈਪਥ ਸਟੱਡੀ ਕਰਨੀ ਹੈ ਤਾਂ ਸਾਨੂੰ ਚਾਹੀਦੀ ਹੈ ਕਿ ਪਿਛਲੇ 40 ਸਾਲਾਂ ਦੇ ਵਿੱਚ ਜੋ ਪ੍ਰਵਚਨਾਂ ਦੇ ਵਿੱਚ, ਜੋ ਡਾਇਲਾਗਸ ਦੇ ਵਿੱਚ ਆਪਣਾ ਵਿਚਾਰ ਆਏ ਨੇ, ਜਿਹੜੇ ਲਿਖਤੀ ਰੂਪ ਦੇ ਵਿੱਚ ਵੀ ਨੇ, ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਟੱਡੀ ਕਰ ਲੈਣਾ ਚਾਹੀਦਾ ਤੇ ਆਪਣੇ ਵਰਗਿਆਂ ਦੇ ਨਾਲ ਤੇ ਸਿਆਣਿਆਂ ਨਾਲ ਡਿਸਕਸ ਕਰਨਾ ਚਾਹੀਦਾ। ਇਹ ਆਪਾਂ ਬਾਰ-ਬਾਰ ਕਹਿੰਦੇ ਹਾਂ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਜਿਹੜੀ ਗੱਲ ਸਹਿਜ ਧਾਰਾ ਕਹਿੰਦੀ ਹੈ ਉਹ ਇਹ ਹੈ ਕਿ ਜਿਹੜੇ ਦੂਜੇ ਵਿਗਿਆਨ ਨੇ, ਉਹ ਭਾਵੇਂ ਫਿਜ਼ਿਕਸ ਹੈ, ਭਾਵੇਂ ਕੈਮਿਸਟਰੀ ਹੈ, ਭਾਵੇਂ ਬਾਇਓਲੋਜੀ ਹੈ, ਭਾਵੇਂ ਸਾਈਕੋਲੋਜੀ ਹੈ, ਭਾਵੇਂ ਫਿਲਾਸਫੀ ਹੈ, ਭਾਵੇਂ ਕੋਈ ਵੀ ਹੈਗਾ ਜਿਹਦੇ ਤੱਕ ਸਾਨੂੰ ਤਾਲੁਕ ਹੈਗਾ, ਤਾਂ
ਉਹਨਾਂ ਨੂੰ ਪੜ੍ਹੋ। ਜੀ ਉਹਨਾਂ ਨੂੰ ਜੋ ਤੁਸੀਂ ਪੜ੍ਹਦੇ ਹੋ ਤੁਹਾਡੇ ਮਤਲਬ ਦੇ ਲਿਹਾਜ਼ ਨਾਲ, ਤੁਹਾਡੇ ਮਕਸਦ ਦੇ ਲਿਹਾਜ਼ ਨਾਲ, ਤੁਹਾਡੇ ਮੋਟਿਵ ਦੇ ਲਿਹਾਜ਼ ਨਾਲ ਉਹ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਜਵਾਬ ਦਿੰਦੇ। ਠੀਕ ਹੈ ਜਿੱਥੇ ਜਾ ਕੇ ਤੁਹਾਨੂੰ ਜਵਾਬ ਆ ਗਿਆ ਉਸ ਨੂੰ ਉੱਥੇ ਸੀਮਾਬੱਧ ਕਰ। ਠੀਕ ਹੈ ਜਿੱਥੇ ਜਾ ਕੇ ਹੁਣ ਜੇ ਫॉर एग्जांपल ਹੈਗਾ ਕਿ ਅਖੀਰ ਦੇ ਵਿੱਚ ਅੱਜ ਕੱਲ੍ਹ ਹਾਂਜੀ ਸਭ ਤੋਂ ਜ਼ਿਆਦਾ ਚਰਚਾ ਕੁਆਂਟਮ ਫਿਜ਼ਿਕਸ ਦਾ। ਜੀ ਤੇ ਕੁਆਂਟਮ ਫਿਜ਼ਿਕਸ ਦੇ ਲਈ ਆਪਾਂ ਵੀ ਬਹੁਤ ਪੜ੍ਹਿਆ ਹਾਂਜੀ ਤੇ ਆਪਾਂ ਉਹ ਆਪਣੇ ਐਕਸਪੈਰੀਮੈਂਟਸ ਦੇ ਬਾਰੇ ਚ ਵੀ ਜਿਹੜੇ ਗੋਡ ਪਾਰਟੀਕਲ ਵਾਲੇ ਸੀ ਹਾਂਜੀ। ਉਹਦੇ ਬਾਰੇ ਆਪਣੇ ਬਹੁਤ ਲੈਕਚਰ ਨੇ ਤੇ ਉਹਦੇ ਵਿੱਚ ਆਪਣੀ ਸੀਮਾ ਪਰਖੀ। ਜੀ ਆਪਾਂ ਸੀਮਾ ਰੱਖੀ ਕਿ 2019 ਤੱਕ ਜੋ ਉਹਦਾ ਗਿਆਨ ਹੈ ਉਹ ਆਪਾਂ ਗ੍ਰਹਿਣ ਕਰ ਲਿਆ, ਜਿੱਥੇ ਗੋਡ ਪਾਰਟੀਕਲ ਹੈ ਤੇ ਉਸ ਪਾਰਟੀਕਲ ਦੇ ਜੀ ਦਾ ਸੁਭਾਅ ਕੀ ਹੈ। ਜਿਵੇਂ ਆਪਾਂ ਬਾਰ-ਬਾਰ ਕਿਹਾ ਕਿ ਉਹ ਵਿਗਿਆਨੀ ਕਹਿੰਦੇ ਨੇ ਜੀ ਕਿ ਵੀ ਸਾਡੀ ਪਕੜ ਦੇ ਵਿੱਚ ਆਉਂਦਾ ਨਹੀਂ, ਜੀ ਉਹਨੂੰ ਅਸੀਂ ਐਨਾਲਿਸਿਸ ਨਹੀਂ ਕਰ ਸਕਦੇ, ਉਹਦੇ ਗੁਣ ਔਗਣ ਨਹੀਂ ਦੱਸ ਸਕਦੇ, ਕਰੈਕਟਰਿਸਟਿਕਸ ਜਿਹਨੂੰ ਆਪਾਂ ਕਹਿੰਦੇ ਹਾਂ। ਹਾਂਜੀ ਤੇ ਕਿਉਂਕਿ ਜਦੋਂ ਉਹ ਮਾਈਕਰੋਸਕੋਪ 'ਚ ਆਉਂਦਾ ਹੈ, ਖੁਰਦਬੀਨ 'ਚ ਆਉਂਦਾ ਹੈ, ਜੀ ਤਾਂ ਉਹ ਦੇਖਦੇ ਸਾਰੇ ਰੂਪ ਬਦਲ ਲੈਂਦਾ ਹੈ। ਕੋਈ ਉਹਦਾ ਰੂਪ ਟਿਕਵਾ ਨਹੀਂ ਹੈ, ਇਸ ਕਰਕੇ ਸਾਨੂੰ ਉਹਦੀ ਸਮਝ ਨਹੀਂ ਆਉਂਦੀ। ਇੱਥੇ ਆ ਕੇ ਆਪਾਂ ਕੁਆਂਟਮ ਫਿਜ਼ਿਕਸ ਦਾ ਜੀ ਨੂੰ ਰੋਕ ਲਾਤੀ, ਉਸ ਤੋਂ ਫਰਦਰ ਗਿਆਨ ਨਹੀਂ ਸੀ ਕਰਨਾ। ਠੀਕ ਹੈ ਕਿਉਂਕਿ ਜੇ ਅਸੀਂ ਉਸ ਤੋਂ ਗਾਂਹ ਜਾਵਾਂਗੇ ਹਾਂਜੀ ਤਾਂ ਅਸੀਂ ਕੀ ਕਰਾਂਗੇ, ਅਸੀਂ ਇੱਕ PhD ਦੀ ਡਿਗਰੀ ਹੋਰ ਲੈ ਲਾਂਗੇ। ਜੀ ਜੇ ਅਸੀਂ ਦੂਸਰੇ ਵਿਗਿਆਨਾਂ ਦੇ ਵਿੱਚ ਜਾਵਾਂਗੇ ਅਸੀਂ ਉਹਨਾਂ 'ਚ ਡਿਗਰੀਆਂ ਲੈ ਲਾਂਗੇ, ਅਸੀਂ PhD ਦੀਆਂ ਡਿਗਰੀਆਂ ਤਾਂ ਇਕੱਠੇ ਕਰ ਲਾਂਗੇ, ਪਰ ਜਿਸ ਮਤਲਬ ਲਈ ਅਸੀਂ ਦੁਨੀਆ ਤੇ ਆਏ ਹਾਂ, ਜੋ ਸਾਨੂੰ ਕਹਿਣਾ ਚਾਹੀਦਾ, ਜੋ ਸਾਡਾ ਅਧਿਆਤਮਕ ਵਿਚਾਰਧਾਰਾ ਹੈਗੀ, ਸਾਡਾ ਜਿਹੜਾ ਸਪਿਰਚੁਅਲਿਜ਼ਮ ਹੈ, ਉਹਨੂੰ ਅਸੀਂ ਕਿਤੇ ਵੀ ਛੱਡ ਕੇ ਜਾਵਾਂਗੇ ਪਿੱਛੇ। ਅਸੀਂ ਲੋਕਾਂ ਨੂੰ ਆਪਣਾ ਵਿਦਵਾਨਤਾ ਹੋਣਾ ਤਾਂ ਦੱਸ ਸਕਾਂਗੇ, ਭਾਸ਼ਣ ਵੀ ਦੇ ਸਕਾਂਗੇ। ਉਹ ਤੂੰ ਆਖੇ ਉਹ ਜਾਵਣ ਵਾਲੀ ਤੇ ਉਹ ਕਬੀਰ ਵਾਲੀ ਉਹ ਬਦ ਕਰ ਲਾਂਗੇ, ਠੀਕ ਹੈ ਨੇ, ਪਰ ਸੁਲਝਾਉਣ ਵਾਲੀ ਤਾਂ ਕਰਾਂਗੇ ਜੇ ਅਸੀਂ ਆਪਣੇ ਗਿਆਨ ਦੇ ਉੱਤੇ ਉਹਨਾਂ ਨੂੰ ਟੂਕ ਲਾ ਕੇ ਉਸ ਦੇ ਤੱਕ ਉਹਨੂੰ ਅਸੀਂ ਹੱਦਬੰਦ ਕਰ ਲਾਂਗੇ। ਜੀ ਤੇ ਇਹ ਗੱਲ ਇਹ ਹੈਗੀ ਕਿ ਸਾਡੇ ਦ੍ਰਿਸ਼ਟੀ ਕੀ ਆ। ਜੀ ਆਪਣੇ ਉਹ ਆਉਂਦੇ ਹੈਗੇ ਇਸ ਪੁਸਤਕ ਦੇ ਵਿੱਚ ਹੈ 4 ਨੋਬਲ ਟਰੂਥਸ। ਜੀ ਉਹਨਾਂ ਦੇ ਵਿੱਚ ਰਿਲੀਜਨ ਦੇ ਬਾਰੇ ਜਿਹੜੀ ਗੱਲ ਹੈਗੀ ਉਹ ਨਿਰਾਲੀ ਹੈ, ਠੀਕ ਬਿਲਕੁਲ ਹੀ ਵੱਖਰੀ ਹੈ। ਹਾਂਜੀ ਉਹ ਹੈਗੀ ਇਹ ਕਿ ਵਰਲਡ ਰਿਲੀਜਨ ਇਜ਼ ਦੀ ਜਰਨੀ ਫਰੋਮ ਅਟੈਚਮੈਂਟ ਟੂ ਲਵਿੰਗ ਕਾਈਂਡਨੈਸ। ਹੁਣ ਇਹ ਜਿਹੜੀ ਗੱਲ ਹੈਗੀ ਇਹ ਸਾਡਾ ਟੀਚਾ ਹੈ। ਜੀ ਅਟੈਚਮੈਂਟ ਟੂ ਲਵਿੰਗ ਕਾਈਂਡਨੈਸ ਤੋਂ ਮਤਲਬ ਹੈਗਾ ਇਹਦੇ ਵਿੱਚ ਕਿ ਅਟੈਚਮੈਂਟ ਹੁੰਦਾ ਉਹਦੇ ਦੁਨੀਆ ਦੇ ਮੋਹ ਦੇ ਵਿੱਚ ਜੁੜ ਜਾਣਾ। ਜੀ ਜਿਹੜੇ ਅਸੀਂ ਉਹਦੇ ਮੋਹ ਮਾਇਆ ਦੇ ਜਾਲ ਦੇ ਵਿੱਚ ਫਸੇ ਹੋਏ ਹਾਂ, ਹਾਂਜੀ ਉਸ ਨੂੰ ਛੱਡ ਕੇ ਉਸ ਤੋਂ ਸਫ਼ਰ ਅਸੀਂ ਕਰਨਾ ਲਵਿੰਗ ਕਾਈਂਡਨੈਸ। ਲਵਿੰਗ ਕਾਈਂਡਨੈਸ ਦਾ ਜਿਹੜਾ ਆਪਣੇ ਪਾਸ ਆਇਆ ਉਹ ਹੈਗਾ ਕ੍ਰਿਸਚੈਨਿਟੀ ਤੋਂ। ਜੀ ਲਾਰਡ ਕ੍ਰਾਈਸਟ ਨੇ ਇਸ ਨੂੰ ਪੇਸ਼ ਕੀਤਾ, ਲਵਿੰਗ ਕਾਈਂਡਨੈਸ, ਦੁਨੀਆ ਨੂੰ ਪਿਆਰ ਕਰਨਾ ਤੇ ਉਹਦੇ ਪ੍ਰਤੀ ਆਪਣੀ ਹਮਦਰਦੀ ਰੱਖਣਾ। ਤੇ ਇਸ ਤੱਕ ਪਹੁੰਚਣ ਲਈ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕਰਦੇ ਹਾਂ। ਤੇ ਇਹ ਦੂਸਰੀ ਗੱਲ ਆਪਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹਾਂਜੀ ਕਿ ਆਪਣੇ ਆਲੇ ਦੁਆਲੇ ਇੱਕ ਚੱਕਰ ਗੁਰੂ ਨਾਨਕ ਪਾਤਸ਼ਾਹ ਦਾ ਹੈਗਾ, ਜੀ ਜਿਹੜੇ ਮਾਡਰਨ ਯੁੱਗ ਦੇ ਪੈਗੰਬਰ ਨੇ ਹਾਂਜੀ ਤੇ ਸਰਬ ਸਾਂਝੀਵਾਲਤਾ ਦੇ ਨੇ ਹੈਗੇ, ਕੋਈ ਸਿੱਖਾਂ ਦੇ ਆਪਣੇ ਨਹੀਂ ਹੈਗੇ, ਹਾਂਜੀ ਮਾਨਵਤਾ ਦੇ ਨੇ। ਹਾਂਜੀ ਉਹਨਾਂ ਦੀ ਇੱਕ ਗੱਲ ਬੜੀ ਪਿਆਰੀ ਹੈ, ਉਹਨਾਂ ਦੇ ਬਾਰੇ 'ਚ ਕਹੀ ਜਾਂਦੀ। ਉਹ ਕਹਿੰਦੇ ਕਿ ਗੁਰੂ ਨਾਨਕ ਦਾ ਘਰ ਕਿਹੜਾ, ਆਮ ਕਹਾਵਤ। ਹਾਂਜੀ ਜੇ ਕੋਈ ਤੁਹਾਨੂੰ ਪੁੱਛੇ ਵੀ ਗੁਰੂ ਨਾਨਕ ਦਾ ਘਰ ਕਿਹੜਾ, ਕਹਿੰਦੇ ਜਿਸ ਦਾ ਖੁੱਲਾ ਵਿਹੜਾ। ਜਿਸ ਦਾ ਖੁੱਲਾ ਵਿਹੜਾ ਦਾ ਮਤਲਬ ਹੈ ਕਿਸੇ ਨੂੰ ਰੋਕ ਟੋਕ ਨਹੀਂ, ਜੀ ਨਾ ਉਹ ਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ, ਅਮੀਰ ਗਰੀਬ ਨਹੀਂ, ਜਿਹੜਾ ਵੀ ਆਉਂਦਾ ਆਵੇ ਜੀ ਉਹ ਵੈਲਕਮ ਹੈ ਤੇ ਉੱਥੋਂ ਆਪਣਾ ਫਾਇਦਾ ਲੈ ਕੇ ਸੰਸਾਰ ਦੇ ਉੱਤੇ ਜਾਵੇ। ਤੇ ਉਹ ਪਹਿਲਾਂ ਵਾਲੀ ਜਿਹੜੀ ਆਪਣੀ ਗੱਲ ਸੀਗੀ ਉਹ ਕੀ ਸੀਗੀ, ਲੋਕ ਸੁਖੀਏ ਪਰ ਲੋਕ ਸਹਿਲੇ, ਇਹਦੇ ਤੱਕ ਪਹੁੰਚਣ ਦੀ ਗੱਲ ਕਰਦਾ।
ਅਗਲਾ ਪ੍ਰਸ਼ਨ ਹੈ ਜੀ, ਸਹਿਜ ਧਾਰਾ ਵਿੱਚ ਨਿਰਲਜ ਨਿਜਤਾ ਨੂੰ ਬੁਨਿਆਦੀ ਤੇ ਇੱਕੋ ਇੱਕ ਬੰਧਨ ਮੰਨਿਆ ਗਿਆ ਹੈ। ਪੁਰਾਤਨ ਧਰਮ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਹੀ ਮੰਨਦੇ ਹਨ। ਇਹ ਨਿਰਲਜ ਨਿਜਤਾ ਕੀ ਹੈ ਜੀ? ਇਹ ਜਿਹੜੀ ਚੀਜ਼ ਹੈਗੀ, ਇਸ ਦੇ ਉੱਤੇ ਆਪਾਂ ਆਪਣੇ ਸਾਰੇ ਸਿਸਟਮ ਦੀ ਫਾਊਂਡੇਸ਼ਨ ਰੱਖੀ ਹੈ ਤੇ ਇਹਦੇ ਬਾਰੇ ਆਪਾਂ ਚੰਗੀ ਤਰ੍ਹਾਂ ਡਿਸਕਸ ਕੀਤਾ ਤੇ ਵਰਲਡ ਲੈਵਲ ਦੇ ਉੱਤੇ ਪੜ੍ਹਿਆ ਵੀ ਹੈ ਜੀ ਤੇ ਪੜ੍ਹ ਕੇ ਉਸ ਨੂੰ ਢਾਲਿਆ ਵੀ ਹੈ ਆਪਣੇ ਪਰਪਸ ਨਾਲ। ਜਿਵੇਂ ਆਪਾਂ ਪਹਿਲਾਂ ਕਹਿ ਕੇ ਹਟੇ ਹਾਂ ਕਿ ਅਸੀਂ ਜਿਹੜਾ ਸਾਡੀ ਫਿਲਾਸਫੀ ਹੈ ਜ਼ਿੰਦਗੀ ਦੀ, ਜਿਹੜਾ ਸਾਡਾ ਦਰਸ਼ਨ ਹੈਗਾ ਅਧਿਆਤਮ, ਜੀ ਉਹਦੇ ਤੱਕ ਅਸੀਂ ਉਸ ਸਟੇਜ ਦੇ ਉੱਤੇ ਰੱਖਣਾ। ਜੀ ਸੰਸਾਰ ਦੇ ਵਿੱਚ ਤਾਂ ਇਹਨੂੰ ਨਾਰਸਿਸਿਜ਼ਮ ਦੇ ਤੌਰ ਦੇ ਉੱਤੇ ਆਇਆ ਸਾਈਕੋਲੋਜੀ ਦੇ ਵਿੱਚ। ਠੀਕ ਤਾਂ ਸਾਈਕੋਲੋਜੀ ਦੇ ਵਿੱਚ ਇਹ ਨਾਰਸਿਸਿਜ਼ਮ ਦੇ ਤੌਰ ਤੇ ਤਾਂ ਆਇਆ ਜ਼ਰੂਰ ਹੈ ਜੀ ਤੇ ਇਹਦੇ ਬਾਰੇ ਜ਼ਿਕਰ ਵੀ ਹੋਇਆ ਤੇ ਇਹਦੇ ਬਾਰੇ ਆਪਾਂ ਨੂੰ ਚਾਹੀਦਾ ਕਿ ਆਪਾਂ ਇਸ ਨੂੰ ਕਿਤਾਬ ਦੇ ਵਿੱਚੋਂ ਹੀ ਦੇਖ ਲਈਏ। ਤੇ ਤੁਸੀਂ ਦਿਓ 149 ਪੇਜ ਦਿਓ ਮੈਨੂੰ। ਪਹਿਲਾਂ ਤਾਂ ਇਹ ਹੈਗਾ ਕਿ ਨਾਰਸਿਸਿਜ਼ਮ ਦੀ ਆਪਾਂ ਡੈਫੀਨੇਸ਼ਨ ਤੁਹਾਨੂੰ ਦੱਸਦੇ ਹਾਂ ਜਿਹੜੀ ਸੰਸਾਰ ਦੇ ਵਿੱਚ ਹੈ। ਜੀ ਉਹ ਹੈ ਸੈਲਫ ਸੈਂਟਰਡਨੈਸ arising from failure to distinguish the self from external objects। ਜੀ ਮੈਂ ਤੇ ਦੁਨੀਆ। external object। दूसरा excessive interest in or admiration of oneself। ਸਵਾਰਥੀ ਹੋਣਾ, ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣਾ। ਐਂਡ ਐਰੋਗੈਂਟ ਥਿੰਕਿੰਗ, ਅੱਖੜ ਬੋਲੀ। ਜੀ ਟੈਂਡੈਂਸੀ ਟੂ ਸੈਲਫ ਵਰਸ਼ਿਪਿੰਗ, ਇਸ ਹੱਦ ਤੱਕ ਜਾਣਾ ਕਿ ਤੁਸੀਂ ਆਪਣੇ ਆਪ ਨੂੰ ਹੀ ਉਸ ਦੇ ਉੱਤੇ ਪੂਜਾ ਕਰਾਉਣੀ ਹੈ। ਤੇ ਇਹਦੇ ਬਾਰੇ ਤਾਂ ਇੰਨੀ ਗੱਲ ਹੀ ਹੈਗੀ। ਤੇ ਇਹਦੇ ਵਿੱਚ ਜਿਹੜੇ ਵਿਸ਼ਵਾਸ ਆਉਂਦੇ ਨੇ ਉਹਦੇ 'ਚ ਆਪਾਂ ਸਾਰੇ ਦੇਖੋ ਆਪਾਂ ਕੀ ਆ ਜਾਂਦਾ ਇਹਦੇ 'ਚ। ਇਹਦੇ ਵਿੱਚ ਆਪਾਂ ਐਰੋਗੈਂਸ ਦਾ ਮਤਲਬ ਹੈ ਆਪਣੀ ਅੱਖੜ ਕਰਨਾ। ਜੀ ਇਹਦੇ ਵਿੱਚ ਸਵਾਰਥ ਹੈਗਾ ਤੇ ਵੀ ਅਸੀਂ ਮੈਂ ਹੀ ਮੈਂ ਹਾਂ। ਜਾਂ ਤੁਸੀਂ ਇਹ ਸਮਝੋ ਕਿ ਇੱਕ ਥੋੜਾ ਜਿਹਾ ਅਮੀਰ ਆਦਮੀ ਹੋ ਜਾਵੇ, ਜੀ 4 ਪੈਸੇ ਬਣਾ ਲਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤੇ ਫਿਰ ਉਹ ਮੁੱਛਾਂ ਨੂੰ ਤਾਂ ਦੇ ਕੇ ਆਕੜਦਾ ਫਿਰਦਾ ਹੈ। ਕੋਲੇ ਦੀ ਲੰਘਣ ਵਾਲਿਆਂ ਨੂੰ ਕਹਿੰਦਾ ਜੇ ਸਤਿ ਸ੍ਰੀ ਅਕਾਲ ਬੁਲਾਉਣਗੇ ਤਾਂ ਠੀਕ ਹੈ, ਨਹੀਂ ਤੈਨੂੰ ਮੈਂ ਦੇਖ ਲੂੰ। ਤੇ ਉਹ ਹਰ ਜਿਹੜਾ ਹੈਗਾ ਉਸ ਦੇ ਉਲਟ ਜਾਂਦਾ। ਜਿਹੜਾ ਹੁਣ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ ਉਹਦੇ ਅਗੇਂਸਟ ਕੇਸ ਕਰ ਦਿੰਦਾ, ਲੜਾਈ ਝਗੜੇ ਕਰਦਾ, ਮਾਰਕੁੱਟ ਕਰਦਾ। ਤੇ ਇਹ ਜਿਹੜੀ ਭਾਵਨਾ ਹੈਗੀ ਇਹ ਸਾਰਿਆਂ 'ਚ ਹੈ। ਪਹਿਲਾਂ ਆਪਾਂ ਇਸ ਨੂੰ ਗੱਲ ਕੀਤਾ ਸੀਗਾ ਬੈਕ ਬਾਈਟਿੰਗ ਤੇ, ਆਪਾਂ ਚੁਗਲਖੋਰੀ ਤੇ ਇੱਥੇ ਗੱਲ ਕੀਤੀ ਸੀ। ਉਹ ਚੁਗਲਖੋਰੀ ਜਿਹੜੀ ਹੈਗੀ, ਚੁਗਲਖੋਰੀ ਇਸ ਦਾ ਬਹੁਤ ਵੱਡਾ ਹਿੱਸਾ ਹੈ। ਠੀਕ ਹੈ। ਚੁਗਲਖੋਰੀ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਦੂਸਰੇ ਦੀ ਬਖੁਦੀ ਕਰਨੀ ਹੈ, ਉਹਦੇ ਬਾਰੇ ਬੋਲਣਾ ਤੇ ਉਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੁਹਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਜਿਹੜੀ ਹੈਗੀ ਦੂਸਰੇ ਆਪਣੇ ਵਿਰੋਧ ਹੈਗਾ ਜੀ। ਇਹਦੇ ਬਾਰੇ ਤੁਸੀਂ ਮੇਰੇ ਖਿਆਲ ਲੱਗਾ ਜਤਿੰਦਰ ਸਿੰਘ 133 ਪੇਜ ਤੇ ਪੜ੍ਹੋ। ਨਿਰਲਜ ਨਿਜਤਾ ਅਜਿਹਾ ਮਨੋਰੋਗ ਹੈ ਜਿਸ ਵਿੱਚ ਬੇਹੱਦ ਖੁਦਗਰਜੀ ਇਸ ਹੱਦ ਤੱਕ ਹੁੰਦੀ ਹੈ ਕਿ ਮਨੁੱਖ ਆਪਣੇ ਆਪ ਦੀ ਅੰਨੀ ਪੂਜਾ ਵਿੱਚ ਇੰਨਾ ਗਲਤਾਨ ਹੋ ਜਾਂਦਾ ਹੈ ਕਿ ਉਸ ਨੂੰ ਰੱਬ ਭੁੱਲ ਜਾਂਦਾ ਹੈ ਤੇ ਉਹ ਸ਼ੈਤਾਨ ਦਾ ਚੇਲਾ ਬਣ ਜਾਂਦਾ ਹੈ। ਹੁਣ ਸਮਝੇ ਨਾ, ਜੀ ਇਹ ਨਾਰਸਿਸਿਜ਼ਮ ਵਾਲੇ ਰੱਬ ਨੂੰ ਭੁੱਲ ਜਾਂਦਾ ਨਹੀਂ ਕਹਿੰਦੇ, ਨਾ ਸ਼ੈਤਾਨ ਦਾ ਚੇਲਾ ਕਹਿੰਦੇ। ਜਿਹੜੀ ਆਪਣੀ ਬੋਲੀ ਦੇ ਵਿੱਚ ਹੈਗੇ ਆਪਾਂ ਸ਼ੈਤਾਨ ਦੇ ਵੀ ਬਾਰੇ ਡਿਸਕਸ ਕਰਦੇ ਹਾਂ। ਸ਼ੈਤਾਨ ਆਪਾਂ ਸੰਸਾਰਿਕਤਾ ਦੇ ਕਾਬਜ਼ ਲੋਕਾਂ ਨੂੰ ਕਹਿੰਦੇ ਹਾਂ ਤੇ ਪਰਮਾਤਮਾ ਕਹਿੰਦੇ ਹਾਂ ਜਿਹੜਾ ਇਸ ਤੋਂ ਸਾਨੂੰ ਛੁਟਕਾਰਾ ਦਿੰਦਾ ਤੇ ਜਿਹੜਾ ਸਾਡੀ ਹੈਲਪ ਤੇ ਹੈ, ਜਿਹਨੂੰ ਅਸੀਂ ਪਾਉਣਾ, ਜਿਹਦੇ ਤੱਕ ਅਸੀਂ ਪਹੁੰਚਣਾ, ਜਿਹਦੇ ਅਸੀਂ ਹੋਣਾ। ਤਾਂ ਇਹਦਾ ਜਿਹੜਾ ਅਸੀਂ ਨਾਮ ਦਿੱਤਾ ਹੈ ਨਿਰਲਜ ਨਿਜਤਾ। ਨਿਰਲਜ ਦਾ ਮਤਲਬ ਹੈ ਜਿਹਨੂੰ ਆਪਣੀ ਇੱਜ਼ਤ ਦਾ ਧਿਆਨ ਨਾ ਹੋਵੇ। ਨਿਜਤਾ ਸਵਾਰਥ,
जी ਸੈਲਫਿਸ਼ਨੈਸ, ਐਕਸਟ੍ਰੀਮ ਸੈਲਫਿਸ਼ਨੈਸ। ਇੱਕ ਅੰਗਰੇਜ਼ੀ ਦੇ ਵਿੱਚ ਵੀ 2 ਲਾਈਨਾਂ ਨੇ, ਇੱਕ ਹੁੰਦਾ ਹੈਗਾ ਈਗੋ, हाँ जी ਹਉਮੈ, ਇੱਕ ਹੁੰਦਾ ਈਗੋਇਜ਼ਮ, जी ਇੱਕ ਹੁੰਦਾ ਹੈਗਾ ਈਗੋਟਿਜ਼ਮ। जी ਈਗੋਟਿਜ਼ਮ ਦੀ ਜਿਹੜੀ ਸਾਈਕੋਲੋਜੀ ਦੇ ਵਿੱਚ ਮੀਨਿੰਗ ਹੈ, हाँ जी ਉਹ ਨਾਰਸਿਸਿਜ਼ਮ ਦੇ ਵਿੱਚ ਹੈ। ਉਹਨੂੰ ਅਸੀਂ ਉੱਥੋਂ ਤਾਂ ਚੱਕਦੇ ਹਾਂ, ਪਰ ਉਸ ਨੂੰ ਅਸੀਂ ਆਪਣੇ ਲਿਹਾਜ਼ ਨਾਲ ਕਰਦੇ ਹਾਂ ਕਿ ਅਸੀਂ ਪਰਮਾਤਮਾ ਦੇ ਨੇੜੇ ਜਾਂਦੇ ਹਾਂ जी ਤੇ ਸ਼ੈਤਾਨ ਦੇ ਉਸ ਤੋਂ ਜਿਹੜਾ ਬਚਦੇ ਹਾਂ, ਕਿਉਂਕਿ ਨਿਰਲਾ ਜਾਂ ਨਿਜਤਾ ਜਿਹੜੀ ਹੈਗੀ ਇਹ ਸਾਨੂੰ ਬਿਲਕੁਲ ਪੁੱਠੇ ਰਾਹ ਪਾਉਂਦੀ ਹੈ। ਇਹਦੀ ਆਪਣੀ ਗੱਲ ਇਹ ਹੈ। ਤੇ ਦੂਜੇ ਜਿਹੜੀ ਆਪਣੀ ਸਟੱਡੀ ਹੈਗੀ, हाँ जी ਆਪਣੀ ਸਟੱਡੀ ਡਿਫਰੈਂਟ ਹੈ। ਆਪਾਂ ਇਸ ਦੀ ਬੁਨਿਆਦ ਸ਼ਿਵ ਸੂਤਰ ਤੱਕ ਲੈ ਕੇ ਜਾਂਦੇ ਹਾਂ, ਹੁਣ ਤੋਂ 3-4 ਹਜ਼ਾਰ ਸਾਲ ਤੋਂ ਪਿੱਛੋਂ, ਠੀਕ। ਤੇ ਜਿਹਦਾ ਗਿਆਨ ਸਾਨੂੰ ਮਨੁੱਖ ਨੂੰ ਹੁਣ ਤੋਂ 1200-1400 ਸਾਲ ਪਹਿਲਾਂ ਤੋਂ ਹੋਇਆ। जी ਤੇ ਉਹਦੇ ਵਿੱਚ ਇੱਕ ਆਣਮਲ ਦੀ ਗੱਲ ਆਪਾਂ ਕਰਾਂਗੇ, ਜਦੋਂ ਆਪਾਂ ਡਿਟੇਲ 'ਚ ਕਰਾਂਗੇ। ठीक है ਤੇ ਇੱਕ ਇਹਦੇ ਵਿੱਚ ਜਿਹੜੀ ਹੈਗੀ ਜਿਹੜਾ ਆਪਣਾ ਯਹੂਦੀ ਵਰਲਡ ਹੈ, हाँ जी ਜਿਹੜਾ ਯਹੂਦੀਵਾਦ, ਯੂਡਾਇਜ਼ਮ, ਕ੍ਰਿਸਚੈਨਿਟੀ ਤੋਂ ਪਹਿਲਾਂ ਹੋਇਆ, जी ਉਹਦੇ ਵਿੱਚ ਇੱਕ ਗੱਲ ਇਸ ਦੇ ਬਾਰੇ, ਉਹਨਾਂ ਦੀ ਅਧਿਆਤਮਕਤਾ ਦੇ ਵਿੱਚ ਇੱਕ ਲੂਰੀਆਨਿਕ ਕਬਲਾ जी ਨਾਂ ਦੀ ਜਿਹੜੀ ਇੱਕ ਮੂਵਮੈਂਟ ਹੈਗੀ, ਉਹ ਇੱਕ ਜਿਹੜਾ ਸੀਗਾ ਲੂਰੀਅਕ, ਉਹ ਬੰਦਾ ਸੀ, ਉਹਨਾਂ ਦਾ ਪ੍ਰੋਫਿਟ ਸੀ। ਉਹਨੇ ਉਹਦੇ ਵਿੱਚ ਕਹੀ ਹੈ, ਤੇ ਉਹਨੂੰ ਓਰੀਜਨਲੀ ਆਪਾਂ ਪੜ੍ਹ ਲਈਏ ਤੇ ਤੁਸੀਂ ਨਾ 150 ਪੇਜ ਦੇ ਉੱਤੇ ਮੈਨੂੰ ਦੱਸਿਓ। ਲੁਰੀਆਨਿਕ ਕਬਲਾ ਦੇ ਵਿੱਚੋਂ ਨਾ हाँ जी ਅਸੀਂ ਐਗਜ਼ੈਕਟ ਕੋਟ ਕੀਤਾ ਜਿਹੜੇ ਉਹਦੇ ਵਰਡਸ ਨੇ, ਜਿਹੜੇ ਆਪਾਂ ਪੜ੍ਹੇ ਆ। ਕਹਿੰਦੇ ਕਿ ਇਨ ਦੀ ਪ੍ਰਾਈਮਲ ਕੈਟਾਸਟ੍ਰੋਫੀ, ਪੁਰਾਣੇ ਹੋਏ ਆਦਿਕਾਲੀਨ ਪਰਮਨੀਕ ਜਿਹੜੀ ਮਾੜੀਆਂ ਘਟਨਾਵਾਂ ਹੋਈਆਂ, ਦੀ ਸਪਾਰਕਸ ਆਫ ਡਿਵਾਈਨ ਲਾਈਟ ਫੈਲ ਔਨ ਦੀ ਅਰਥ ਐਂਡ ਵਾਸ ਟ੍ਰੈਪਡ ਇਨ ਮੈਟਰ। ਆਹ ਗੱਲ ਆਣਮਲ ਦੇ ਉੱਤੇ ਬਿਲਕੁਲ ਟੁਕਮੀ ਉਹ ਬੰਦੇ ਨੇ ਕੀਤੀ ਹੈ। ਉਹ ਕਹਿੰਦੇ ਕਿ ਉਸ ਵੇਲੇ ਜਦੋਂ ਇੱਥੇ ਤਬਾਹੀ ਮਚੀ ਹੋਈ ਸੀ, हाँ जी ਤਾਂ ਜੋ ਕਿ ਰੱਬੀ ਜੋਤ ਸੀ ਉਹ ਧਰਤੀ ਤੇ ਪਈ, ਪਰ ਉਸ ਨੂੰ ਜਿਹੜਾ ਮੈਟਰ ਉਹਨਾਂ ਨੇ ਮਾਦਾ जी ਪਦਾਰਥ ਕਿਸੇ ਚੀਜ਼ ਉਹਦੇ ਵਿੱਚ ਰੁਕ ਗਈ। जी ਇਹ ਗੱਲ ਆਪਾਂ ਵੀ ਮੰਨਦੇ ਹਾਂ, ਆਪਣੀ ਡਿਵਾਈਨ ਲਾਅ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ। ਦਸ ਦੀਨ ਰਿਪਰੈਜ਼ੈਂਟਡ ਦੀ ਈਵਲ ਪੋਟੈਂਸ਼ੀਅਲ ਵਿਦਨ ਦੀ ਡਿਵਾਈਨ। ਤਾਂ ਇਸ ਤਰ੍ਹਾਂ ਇਹ ਜਿਹੜੀ ਚੀਜ਼ ਵਾਪਰੀ, ਇਸ ਵਾਪਰੀ ਦੇ ਵਿੱਚ ਇਹ ਹੋਇਆ ਕਿ ਜਿਹੜੀ ਸੀਗੀ ਰੱਬਤਾ, हाँ जी ਉਹ ਇਸ ਸੰਸਾਰਿਕਤਾ, ਇਸ ਸ਼ੈਤਾਨੀਅਤ ਦੇ ਵਿੱਚ ਲੁਕ ਗਈ, ਜਿਵੇਂ ਆਪਣੇ ਹੋਣਾ ਹੈਗਾ, हाँ जी हाँ जी which became predominant after the primal catastrophe of breaking of the vessels। ਉਹ ਜਹਾਜ਼ਾਂ ਦੇ ਤਬਾਹ ਹੋਣ ਦੀ ਇੱਕ ਬਹੁਤ ਵੱਡੀ ਕਥਾ ਠੀਕ। ਚੱਲਦੀ, ਉਹਦਾ ਆਪਾਂ ਜ਼ਿਕਰ ਨਹੀਂ ਕਰਦੇ। ਉਹਦੇ ਵਿੱਚ ਇਹ ਹੈ ਕਿ ਜਿਹੜੀ ਉਹਦੇ ਵਿੱਚ ਆਈ ਤੇ ਉਹ ਜਿਹੜੀ ਵਿਪਤਾ ਵਾਪਰੀ, ਉਹਦਾ ਜ਼ਿਕਰ ਕਰਦਾ ਹੈ। ਤੇ ਸ਼ਿਵਜੀ ਮਹਾਰਾਜ ਦੀ ਆਣਮਲ ਦੇ ਕਰਕੇ ਕਰਦੇ ਆਪਾਂ ਉਹਨੂੰ ਡਿਸਕਸ ਨਹੀਂ ਕਰ ਸਕਦੇ ਹਾਂ। ਤਾਂ ਇਹ ਜਿਹੜੀ ਹੈਗੀ ਗੱਲ, ਜੇ ਇਹਨੂੰ ਆਪਾਂ ਬਿਲਕੁਲ ਆਪਣੇ ਵਾਲੀ ਬੋਲੀ 'ਚ ਕਰੀਏ, ਸਧਾਰਨ ਤੇ ਸਾਦਾ ਬੋਲੀ ਦੇ ਵਿੱਚ ਗੱਲ ਕਰੀਏ ਤੇ ਸਿੱਧੇ ਲਫ਼ਜ਼ਾਂ ਦੇ ਵਿੱਚ, ਉਹ ਇਹ ਹੈ ਕਿ ਜੇ ਆਪਾਂ ਮੰਨੀਏ ਪਰਮਾਤਮਾ, जी ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਦੱਸੋ ਆਪਾਂ ਕੀ ਕਹਿੰਦੇ ਹਾਂ? ਕੌਨਸ਼ੀਅਸਨੈਸ, हाँ जी eternally Eternally glowing consciousness। हाँ जी eternally glowing consciousness ਦੇ ਬਾਰੇ ਆਪਣਾ ਹੈਗਾ ਕਿ ਉਹ ਸਰਵ ਵਿਆਪਕ ਹੈ ਤੇ ਸਰਵ ਸ਼ਕਤੀਮਾਨ ਹੈ जी ਤੇ ਸਭ ਕੁਝ ਉਹਦੇ ਅਨੁਸਾਰ ਹੈਗਾ। ਇਹ ਜਿਹੜਾ ਸਾਰਾ ਡਿਜ਼ਾਈਨ ਹੈਗਾ ਬ੍ਰਹਿਮੰਡ ਦਾ, जी ਇਹ ਸਾਰਾ ਉਹਨੇ ਬਣਾਇਆ। ਉਹ ਸਾਰੇ ਬ੍ਰਹਿਮੰਡ ਦੇ ਵਿੱਚ ਧਰਤੀ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਣ ਆਪਾਂ ਕਿੱਥੇ ਬੈਠੇ ਹਾਂ? ਸਰੀ 'ਚ। सही ਹੁਣ ਜੇ ਆਪਾਂ ਸੋਚੀਏ ਕਿ ਮੈਂ ਸੋਚਾਂ ਵੀ ਮਨਾ ਤੇਰੀ ਕੀ ਹੋਂਦ ਹੈ ਰੱਬ ਦੇ ਮੁਕਾਬਲੇ 'ਚ, ਤਾਂ ਮੈਨੂੰ
ਨੀਵਾਂ ਜਿਹਾ ਲੱਗਣ ਲੱਗ ਜਾਊ, ਛੋਟਾ ਜਿਹਾ ਲੱਗਣ ਲੱਗ ਜਾਊ। ਜੇ ਇਸ ਨੂੰ ਆਪਾਂ ਸਾਈਕੋਲੋਜੀ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਇਹਨੂੰ ਇਨਫੀਰੀਅਰਟੀ ਕੰਪਲੈਕਸ ਕਹਿੰਦੇ ਆ। ਇਨਫੀਰੀਅਰਟੀ ਕੰਪਲੈਕਸ ਦੇ ਉੱਤੇ ਵੀ ਆਪਾਂ ਡਿਸਕਸ ਕੀਤਾ ਹੈ ਜੀ। ਵੀ ਇਨਫੀਰੀਅਰਟੀ ਕੰਪਲੈਕਸ ਕੀ ਹੁੰਦੀ ਹੈ। ਤੇ ਜਦੋਂ ਇਨਫੀਰੀਅਰਟੀ ਕੰਪਲੈਕਸ ਹੁੰਦਾ ਤਾਂ ਬੰਦੇ ਦੇ ਅੰਦਰ ਰੋਹ ਪੈਦਾ ਹੁੰਦਾ, ਗੁੱਸਾ ਪੈਦਾ ਹੁੰਦਾ, ਗੁਨਾਹ ਦਾ ਅਹਿਸਾਸ ਹੁੰਦਾ, ਤੇ ਅੰਦਰ ਜਦੋਂ ਭਰ ਜਾਂਦਾ ਫਿਰ ਉਹ ਫਟਦਾ। ਜਦੋਂ ਫਟਦਾ ਤਾਂ ਉਹ ਲੋਕਾਂ ਨੂੰ ਮੰਦਾ ਚੰਗਾ ਕਹਿੰਦਾ, ਲੋਕਾਂ ਨੂੰ ਕੁੱਟਦਾ, ਮਾਰਦਾ, ਤਬਾਹੀ ਮਚਾਉਂਦਾ। ਇਹ ਸਿੱਧ ਕਰਨ ਲਈ ਵੀ ਮੈਂ ਹੈਗਾ, ਮੈਂ ਗ੍ਰੇਟ ਹਾਂ। ਉਸ ਨੂੰ ਸਾਈਕੋਲੋਜੀ ਵਾਲਿਆਂ ਨੇ ਜਿਹੜਾ ਜ਼ਿਕਰ ਦਿੱਤਾ ਉਹਨਾਂ ਨੇ ਕਿਹਾ ਸੁਪੀਰੀਅਰਿਟੀ ਕੰਪਲੈਕਸ। ਜਿਹੜੀ ਇਨਫੀਰੀਅਰਿਟੀ ਕੰਪਲੈਕਸ ਹੈਗੀ ਬੰਦੇ ਦੀ, ਤੇ ਉਹ ਜਦੋਂ ਐਕਸਪ੍ਰੈਸ ਹੁੰਦੀ ਹੈ, ਪ੍ਰਗਟਾਵਾ ਹੁੰਦਾ, ਤਾਂ ਹੈਂਕੜਬਾਜ਼ੀ 'ਚ ਹੁੰਦਾ ਬੰਦਾ, ਜਿਹੜਾ ਜਿਵੇਂ ਜਿਹਨੂੰ ਆਪਾਂ ਆਪਣੀ ਵਾਲੀ ਬੋਲੀ 'ਚ ਬਦਮਾਸ਼ ਕਹਿੰਦੇ ਆ। ਤੇ ਜਿਹਨੇ ਹਰ ਪੁੱਠਾ ਕੰਮ ਹੀ ਕਰਨਾ ਹੁੰਦਾ, ਜਿਹਨੇ ਕੋਈ ਚੰਗੀ ਚੀਜ਼ ਕਰਨੀ ਨਹੀਂ ਹੁੰਦੀ, ਉਹਦੇ ਵਿੱਚ ਐਕਸਪ੍ਰੈਸ ਹੁੰਦਾ। ਤੇ ਜੇ ਆਪਾਂ ਆਪਣੇ ਬਾਰੇ ਸੋਚੀਏ, ਕਿਸੇ ਹੋਰ ਦੇ ਬਾਰੇ ਵੀ ਸੋਚੀਏ, ਜਾਂ ਜਿਸ ਤਰ੍ਹਾਂ ਦੇ ਨਾਲ ਹੰਕਾਰ ਮਨੁੱਖ ਦਾ, ਉਹਦੀ ਹੋਮ ਹੈ, ਉਹਨੂੰ ਲਈ ਫਿਰਦੀ ਹੈ, ਉਹ ਕਿਸੇ ਨੂੰ ਕੁਝ ਸਮਝਦਾ। ਆਪਣੇ ਸਾਹਮਣੇ ਵੀ ਜੇ ਕੋਈ ਵੱਡਾ ਆ ਜਾਵੇ ਤਾਂ ਅਸੀਂ ਉਹਨੂੰ ਕਹਿੰਦੇ ਵੀ ਪਰੇ ਹੋ ਜਾਵੇ ਤਾਂ ਕਿ ਮੈਂ ਵੱਡਾ ਲੱਗਾ। ਜੇ ਛੋਟਾ ਆਉਂਦਾ ਤਾਂ ਅਸੀਂ ਕਹਿੰਦੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਵੇ। ਠੀਕ ਹੈ ਨੀ। ਤੇ ਅਸੀਂ ਲੋਕਾਂ ਦੀਆਂ ਚੁਗਲੀਆਂ ਕਰਦੇ ਹਾਂ ਤਾਂ ਕਿ ਲੋਕ ਛੋਟੇ ਲੱਗਣ। ਤਾਂ ਇਹ ਜਿਹੜੀ ਚੀਜ਼ ਹੈਗੀ, ਇਹ ਚੀਜ਼ ਇਸ ਦੇ ਉੱਤੇ ਭਾਰੂ ਰਹਿੰਦੀ ਹੈ। ਆਪਾਂ ਇਸ ਨੂੰ ਡਿਸਕਸ ਤਾਂ ਕਰਾਂਗੇ ਇਨ ਡਿਟੇਲਸ, ਕਈ ਲੈਕਚਰਸ ਹੋ ਸਕਦੀ ਹੈ, ਪਰ ਇਹ ਸਮਝਣੀ ਬਹੁਤ ਜ਼ਰੂਰੀ ਹੈ। ਤਾਂ ਇਹ ਜਿਹੜੀ ਨਿਰਲਜ ਨਿਜਤਾ ਜਿਹਨੂੰ ਆਪਾਂ ਕਿਹਾ, ਇਹ ਨੋ ਡਾਊਟ ਨਾਰਸਿਸਿਜ਼ਮ ਤੋਂ ਵੱਖਰੀ ਹੈ। ਤੇ ਇਹ ਜਿਹਨੂੰ ਆਪਾਂ ਕਹਾਂਗੇ ਆਪ ਉਦਰਾਪਨ ਕਹਿ ਸਕਦੇ ਹਾਂ। ਤਾਂ ਇਹ ਦੁਨੀਆ ਦੇ ਉੱਤੇ ਸਾਰੇ ਹੈਗੀ। ਤੇ ਅਸੀਂ ਮੰਨਦੇ ਹਾਂ ਕਿ ਮਨੁੱਖ ਦੇ ਵਿੱਚ ਜੇ ਕੋਈ ਪਾਪ ਹੈਗਾ, ਜੇ ਕੋਈ ਗੁਨਾਹ ਹੈਗਾ, ਤਾਂ ਉਹ ਇਹ ਨਿਰਲਜ ਨਿਜਤਾ, ਜਿਹਦੇ ਤੇ ਆਪਾਂ ਸਾਰੇ ਦੇ ਸਾਰੇ ਸਿਸਟਮ ਨੂੰ ਬਿਲਡ ਕਰਦੇ ਹਾਂ ਤੇ ਅਧਿਆਤਮ ਨੂੰ ਇਸ ਨੂੰ ਟਿਕਾਉਂਦੇ ਹਾਂ। ਤੇ ਪਰਮਾਤਮਾ ਦੀ ਪਹੁੰਚ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਸੱਚ, ਸਿਆਣਪ ਤੇ ਨਿਮਰਤਾ, ਇਹਦੇ ਨਾਲ ਜੇ ਜ਼ਿੰਦਗੀ ਜਿਉਣੀ ਜਾਵੇ, ਜੋ ਲੋਕਾਂ ਪ੍ਰਤੀ ਸਾਡੀ ਸਦਭਾਵਨਾ ਹੋਵੇ, ਤਾਂ ਹੀ ਅਸੀਂ ਉੱਚਾ ਉੱਠ ਸਕਦੇ ਹਾਂ ਉਸ ਪਰਮਾਤਮਾ ਦੇ ਦੁਆਰੇ ਦੇ ਵਿੱਚ। ਇਹ ਇਸ ਤਰ੍ਹਾਂ ਇਹਦਾ ਸਮਾਂ ਹੋ ਰਿਹਾ ਜੀ, ਇਜਾਜ਼ਤ ਲੈਣੀ। ਚਲੋ ਜਿਹੜੇ ਸਾਡੇ ਨਾਲ ਨਵੇਂ ਕੁਝ ਸਾਧਕ ਅਤੇ ਹੋਰ ਸੱਜਣ ਜਿਹੜੇ ਨਵੇਂ ਜੁੜਦੇ ਨੇ, ਉਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਇਹ ਪ੍ਰੋਗਰਾਮ ਵੈਨਕੂਵਰ ਸਮੇਂ ਦੇ ਅਨੁਸਾਰ ਹਰ ਸ਼ਨੀਵਾਰ ਸ਼ਾਮ ਨੂੰ 6:30 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। ਧੰਨਵਾਦ। परमात्मा समाप्त दे, हे परमात्मा समाप्त दे, हे परमात्मा समाप्त दे, हे परमात्मा समाप्त दे, हे परमात्मा